ਸਤਿ ਸ੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਵਰਗ ਵਿਵਸਥਾ। ਸੋ ਅੱਜ ਇਸ ਵਿਸ਼ੇ ਦੇ ਵਿੱਚ ਦੇਖਾਂਗੇ ਕਿ ਵਰਗ ਵਿਵਸਥਾ ਕੀ ਹੈ, ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਵਰਗ ਪਾਏ ਜਾਂਦੇ ਹਨ, ਇਸ ਦਾ ਅਰਥ, ਵਰਗ ਵਿਵਸਥਾ ਦੀਆਂ ਪਰਿਭਾਸ਼ਾਵਾਂ, ਇਸ ਦੀਆਂ ਕੀ ਕਿਸਮਾਂ ਹਨ, ਵਿਸ਼ੇਸ਼ਤਾਵਾਂ ਅਤੇ ਵਰਗ ਦੇ ਆਧਾਰ। ਸੋ ਅੱਗੇ ਦੇਖਾਂਗੇ ਕਿ ਅਰਥ ਕੀ ਹੈ। ਸਮਾਜਿਕ ਤੌਰ ਤੇ ਦੇਖਿਆ ਜਾਵੇ ਤਾਂ ਜੋ ਆਪਣਾ ਸਮਾਜ ਹੈ ਇਹ ਲੋਕਾਂ ਦੇ ਇਕੱਠ ਤੋਂ ਮਿਲ ਕੇ ਬਣਿਆ ਹੈ। ਵੱਖ-ਵੱਖ ਲੋਕ ਅਲੱਗ-ਅਲੱਗ ਸੰਸਕ੍ਰਿਤੀਆਂ ਨੂੰ, ਅਲੱਗ-ਅਲੱਗ ਧਰਮ ਜਾਂ ਅਲੱਗ-ਅਲੱਗ ਵਰਗਾਂ ਦੇ ਵਿੱਚ ਕੀ ਹੈ ਸ਼ਾਮਿਲ ਹੁੰਦੇ ਹਨ। ਸੋ ਇਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਸ ਤਰ੍ਹਾਂ ਵੱਖ-ਵੱਖ ਧਰਮਾਂ ਨਾਲ, ਵੱਖ-ਵੱਖ ਜਾਤਾਂ ਦੇ ਨਾਲ ਲੋਕ ਬੱਝੇ ਹੋਏ ਹਨ, ਉੱਦਾਂ ਹੀ ਵੱਖ-ਵੱਖ ਵਰਗਾਂ ਦੇ ਵਿੱਚ ਵੀ ਲੋਕ ਸਮਾਜ ਦੇ ਵਿੱਚ ਵੰਡੇ ਹੋਏ ਹਨ। ਕਿਉਂਕਿ ਸਮਾਜਿਕ ਜੋ ਪੱਧਰੀਕਰਨ ਹੈ ਉਸਦਾ ਆਧਾਰ ਵਰਗ ਹੈ ਤੇ ਇਹ ਇੱਕ ਖੁੱਲੀ ਪ੍ਰਣਾਲੀ ਹੈ, ਇੱਕ ਖੁੱਲਾ ਸਿਸਟਮ ਹੈ। ਹੁਣ ਇਸ ਨੂੰ ਇੱਥੇ ਖੁੱਲਾ ਸਿਸਟਮ ਕਹਿਣਾ ਯੋਗ ਹੋਏਗਾ ਕਿਉਂਕਿ ਖੁੱਲਾ ਕੋਈ ਵੀ ਕਿਸੇ ਵੀ ਵਰਗ ਦੇ ਵਿੱਚ ਪ੍ਰਵੇਸ਼ ਕਰ ਸਕਦਾ ਜਾਂ ਕੋਈ ਵੀ ਕਿਸੇ ਵਰਗ ਤੋਂ ਬਾਹਰ ਆ ਸਕਦਾ, ਕਿਉਂਕਿ ਜੋ ਸਮਾਜਿਕ ਸਤਰੀਕਰਨ ਦਾ ਆਧਾਰ ਹੀ ਵਰਗ ਹੈ। ਸੋ ਵਰਗ ਵਿੱਚ ਵਿਅਕਤੀ ਦੀ ਸਥਿਤੀ ਉਸਦੇ ਵਰਗ ਦੀ ਭੂਮਿਕਾ ਦੇ ਅਨੁਸਾਰ ਦਿੱਤੀ ਗਈ ਹੁੰਦੀ ਹੈ। ਕੋਈ ਵੀ ਵਿਅਕਤੀ ਜਿਸਦੀ ਜੋ ਸਥਿਤੀ ਹੋਏਗੀ ਉਹ ਵਰਗ ਦੇ ਅਨੁਸਾਰ ਦਿੱਤੀ ਗਈ ਜਾਏਗੀ, ਜਾਂ ਐਵੇਂ ਕਹਿ ਸਕਦੇ ਹੈ ਕਿ ਮਨੁੱਖੀ ਸਮਾਜ ਦੇ ਵਿੱਚ ਸਾਰੇ ਹੀ ਜੋ ਮਨੁੱਖ ਹੈ ਉਹਨਾਂ ਦੀ ਸਥਿਤੀ ਬਰਾਬਰ ਜਾਂ ਸਮਾਨ ਨਹੀਂ ਹੁੰਦੀ। ਸੋ ਜੇ ਵਿਅਕਤੀਆਂ ਦੀ ਵਿਭੇਦੀਕਰਨ ਪਾਇਆ ਜਾ ਰਿਹਾ ਹੈ ਜਾਂ ਵਿਭਿੰਨਤਾ ਪਾਈ ਜਾਏਗੀ, ਲੋਕਾਂ ਦੇ ਵਿਚਕਾਰ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਵਿਭਿੰਨਤਾ ਦਾ ਪਾਉਣਾ ਹੀ ਵਰਗ ਵਿਵਸਥਾ ਨੂੰ ਅੱਗੇ ਲੈ ਕੇ ਆਉਂਦਾ ਹੈ। ਕਿਉਂਕਿ ਵਰਗ ਦੇ ਵਿੱਚ ਇੱਕ ਵਿਅਕਤੀ ਦੀ ਸਥਿਤੀ ਕੰਮ ਜਾਂ ਭੂਮਿਕਾ ਦੇ ਆਧਾਰ ਤੇ ਹੁੰਦੀ ਹੈ ਕਿ ਇੱਕ ਵਿਅਕਤੀ ਜੋ ਵੀ ਭੂਮਿਕਾ ਨਿਭਾ ਰਿਹਾ ਹੈ ਜਾਂ ਜੋ ਵੀ ਉਹ ਸਥਿਤੀ ਦੇ ਉੱਤੇ ਰਹਿ ਕੇ ਕੰਮ ਕਰ ਰਿਹਾ ਹੈ, ਉਸ ਚੀਜ਼ ਦੇ ਆਧਾਰ ਦੇ ਉੱਤੇ ਜੋ ਵਰਗ ਵਿਵਸਥਾ ਹੈ ਉਹ ਪਾਈ ਜਾਂਦੀ ਹੈ। ਸੋ ਵਰਗ ਇੱਕ ਬਾਹਰੀ ਸਮੂਹ ਹੈ। ਬਾਹਰੀ ਸਮੂਹ ਇਸ ਲਈ ਕਹਾਂਗੇ ਕਿ ਇਹਦੇ ਵਿੱਚ ਅੰਦਰੂਨੀ ਜੋ ਇੰਟਰਨਲ ਆਸਪੈਕਟ ਹੈ ਉਹ ਪਾਇਆ ਨਹੀਂ ਜਾਂਦਾ, ਕਿਉਂਕਿ ਜੋ ਸਮਾਨਤਾ ਹੈ ਉਹ ਵਰਗ ਨੂੰ ਹੀ, ਅਸਮਾਨਤਾ ਵਰਗ ਨੂੰ ਹੀ ਜਨਮ ਦਿੰਦੀ ਹੈ। ਸਮਾਜ ਦੇ ਵਿੱਚ ਲੋਕ ਵੱਖ-ਵੱਖ ਵਰਗਾਂ ਦੇ ਵਿੱਚ ਸ਼ਾਮਿਲ ਹੋਣਗੇ, ਜਿਵੇਂ ਕੋਈ ਉੱਚ ਵਰਗ ਦਾ ਹੋਏਗਾ, ਕੋਈ ਮੱਧ ਵਰਗ ਜਾਂ ਕੋਈ ਨੀਵੇਂ ਵਰਗ ਦਾ ਹੋਏਗਾ। ਸੋ ਉੱਥੇ ਅਸਮਾਨਤਾ ਪਾਈ ਜਾਏਗੀ। ਆਰਥਿਕ ਤੌਰ ਉੱਤੇ ਅਸਮਾਨਤਾ ਦਾ ਦੇਖਣਾ ਉੱਥੇ ਹੋਵੇਗਾ, ਕਿਉਂਕਿ ਜੋ ਵਰਗ ਹੈ ਉਸਦੇ ਵਿੱਚ ਅਸਮਾਨਤਾ ਇੱਕ ਮੁੱਢਲੀ ਇਕਾਈ ਹੈ, ਜਾਂ ਐਵੇਂ ਕਹਿ ਸਕਦੇ ਹਾਂ ਕਿ ਮਨੁੱਖੀ ਸਮਾਜ ਦੇ ਵਿੱਚ ਸਾਰੇ ਹੀ ਮਨੁੱਖਾਂ ਦੀ ਜਦ ਸਥਿਤੀ ਬਰਾਬਰ ਨਹੀਂ ਹੁੰਦੀ ਜਾਂ ਉਹਨਾਂ ਦੇ ਵਿੱਚ ਜਿੱਥੇ ਅਸਮਾਨਤਾ ਪਾਈ ਜਾਂਦੀ ਹੈ, ਉਸ ਅਸਮਾਨਤਾ ਨੂੰ ਵਰਗ ਵਿਵਸਥਾ ਦਾ ਨਾਮ ਦਿੱਤਾ ਜਾਏਗਾ। ਸੋ ਕਿਸੇ ਨਾ ਕਿਸੇ ਆਧਾਰ ਉੱਤੇ ਅਸਮਾਨਤਾ ਸਮਾਜ ਦੇ ਵਿੱਚ ਪਾਈ ਜਾਂਦੀ ਹੈ ਅਤੇ ਇਸੇ ਅਸਮਾਨਤਾ ਦੀ ਭਾਵਨਾ ਕਰਕੇ ਹੀ ਜੋ ਵਰਗ ਵਿਵਸਥਾ ਹੈ ਉਹ ਸਮਾਜ ਦੇ ਵਿੱਚ ਹੋਂਦ ਦੇ ਵਿੱਚ ਆਈ ਹੈ। ਕਿਉਂਕਿ ਜੋ ਅਸਮਾਨਤਾ ਵਿਅਕਤੀਆਂ ਦੇ ਵਿਚਕਾਰ ਪਾਈ ਜਾਂਦੀ ਹੈ, ਜਿਸ ਨੂੰ ਇਨਇਕੁਐਲਿਟੀ ਦਾ ਨਾਮ ਦਿੱਤਾ ਜਾਂਦਾ ਹੈ, ਇਸ ਦਾ ਮਤਲਬ ਕਿ ਦੈਟ ਪੀਪਲ ਆਰ ਇਨਇਕੁਅਲ, ਉਹ ਇੱਕ ਬਰਾਬਰ ਨਹੀਂ ਹੈ। ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਜਾਂ ਜੀਵਨ ਪੱਧਰ ਉੱਤੇ ਉਹਨਾਂ ਦੀ ਸਥਿਤੀ ਸਮਾਨ ਨਹੀਂ ਹੈ। ਹੁਣ ਸਮਾਨ ਸਥਿਤੀ ਨਾ ਹੋਣ ਦਾ ਇੱਥੇ ਇਹ ਅਰਥ ਹੈ ਕਿ ਕਿਸੇ ਦੇ ਕੋਲ ਪੈਸਾ ਜ਼ਿਆਦਾ ਹੈ, ਕਿਸੇ ਦੇ ਕੋਲ ਮੱਧ ਵਰਗ ਦੇ ਵਿੱਚ ਹੈ, ਜਾਂ ਕਿਸੇ ਕੋਲ ਬਿਲਕੁਲ ਘੱਟ ਹੈ, ਕੋਈ ਗਰੀਬ ਹੈ। ਸੋ ਇਹ ਸਾਰੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਜੋ ਸਮਾਜ ਹੈ ਉਸ ਦੇ ਵਿੱਚ ਜੇ ਵਿਅਕਤੀ ਵੱਖ-ਵੱਖ ਜਾਤਾਂ ਦੇ ਵਿੱਚ, ਧਰਮ, ਸੰਸਕ੍ਰਿਤੀਆਂ ਦੇ ਵਿੱਚ ਵੰਡਿਆ ਹੋਇਆ, ਸੋ ਉਸ ਦੇ ਨਾਲ ਹੀ ਕੀ ਹੈ, ਵਰਗ ਵਿਵਸਥਾ ਦੇ ਵਿੱਚ ਵੀ ਜਾਂ ਵੱਖ-ਵੱਖ ਵਰਗਾਂ ਦੇ ਵਿੱਚ ਵੀ ਵਿਅਕਤੀ ਵੰਡੇ ਹੋਏ ਹਨ, ਜਿਸ ਦੇ ਨਾਲ ਸਮਾਜ ਦੇ ਵਿੱਚ ਵਰਗ ਵਿਵਸਥਾ ਦੇਖਣ ਨੂੰ ਮਿਲਦੀ ਹੈ ਅਤੇ ਇਹ ਸਮਾਜ ਵਿੱਚ ਸਮਾਜਿਕ ਸਥਿਤੀ ਨੂੰ ਵੀ ਪਰਿਭਾਸ਼ਿਤ ਕਰਦੀ ਹੈ। ਸਮਾਜ ਦੇ ਵਿੱਚ ਜੋ ਸਮਾਜ ਦੀ ਸਥਿਤੀ ਹੈ ਉਸ ਨੂੰ ਪਰਿਭਾਸ਼ਿਤ ਕਰਨਾ, ਉਸ ਨੂੰ ਅੱਗੇ ਲੈ ਕੇ ਆਉਣਾ, ਕਿਉਂਕਿ ਇੱਕ ਵਿਅਕਤੀ ਦੀ ਸਥਿਤੀ ਤਾਂ ਹੀ ਜੱਜ ਕਰ ਸਕਦੇ ਹਾਂ ਜਾਂ ਤਾਂ ਹੀ ਉਸ ਨੂੰ ਦੱਸ ਸਕਦੇ ਹਾਂ ਜੇ ਉਸਦੀ ਆਰਥਿਕ ਸਥਿਤੀ ਬਾਰੇ ਜਾਣ ਲਿੱਤਾ ਜਾਵੇਗਾ। ਕਿਉਂਕਿ ਜੋ ਆਰਥਿਕ ਸਥਿਤੀ ਹੈ ਇੱਕ ਵਿਅਕਤੀ ਦੀ, ਉਹੀ ਇੱਕ ਵਿਅਕਤੀ ਦੇ ਸਮਾਜਿਕ ਸਥਿਤੀ ਨੂੰ ਪਰਿਭਾਸ਼ਿਤ ਕਰਦੀ ਹੈ ਤੇ ਇਹ ਇੱਕ ਚੇਤਨ ਕਾਰਜ ਹੈ। ਚੇਤਨ ਕਾਰਜ ਦਾ ਅਰਥ ਇੱਥੇ ਇਹ ਹੈ ਕਿ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਉਹ ਕਿਸ ਵਰਗ ਦੇ ਵਿੱਚ ਸ਼ਾਮਿਲ ਹੈ। ਜੇ ਉਹ ਉੱਚ ਵਰਗ ਦੇ ਵਿੱਚ ਸ਼ਾਮਿਲ ਹੈ ਜਾਂ ਜੇ ਉਹ ਮਿਹਨਤ ਕਰਕੇ ਪੈਸਾ ਵੱਧ ਕਮਾ ਕੇ ਉਹਦੀ ਸ਼੍ਰੇਣੀ, ਉਸਦਾ ਵਰਗ ਉੱਚਾ ਹੋ ਗਿਆ, ਤਾਂ ਉਹ ਵਿਅਕਤੀ ਆਪ ਚੇਤਨ ਹੁੰਦਾ ਹੈ, ਉਹ ਕੌਨਸ਼ੀਅਸ ਹੈ, ਉਸਨੂੰ ਪਤਾ ਹੈ ਕਿ ਸਮਾਜ ਦੇ ਵਿੱਚ ਕਿਸ ਤਰ੍ਹਾਂ ਜਾਂ ਕਿਸ ਢੰਗ ਦੇ ਨਾਲ ਵਰਗ ਵੰਡੇ ਗਏ ਹੋਣਗੇ ਜਾਂ ਉਹ ਕਿਸ ਵਰਗ ਦਾ ਮੈਂਬਰ ਹੈ। ਸੋ ਇਸੇ ਤਰ੍ਹਾਂ ਹੀ ਜੋ ਇੱਕ ਵਰਗ ਹੈ ਉਹ ਆਰਥਿਕ ਅਤੇ ਕਾਨੂੰਨੀ ਧਾਰਨਾ ਹੈ। ਕਾਨੂੰਨੀ ਜਾਂ ਉਸਨੂੰ ਵਿਧਾਨਿਕ ਧਾਰਨਾ ਵੀ ਬੋਲ ਸਕਦੇ ਹਾਂ, ਕਿਉਂਕਿ ਇਹ ਸਮਾਜ ਦੇ ਨਾਲ ਜੁੜਿਆ ਹੋਇਆ ਹੈ, ਤਾਂ ਇਸ ਨੂੰ ਸਮਾਜਿਕ ਧਾਰਨਾ ਕਹਿ ਦਿੱਤਾ ਜਾਂਦਾ ਹੈ। ਜਾਂ ਇਹ ਪਹਿਲਾਂ ਆਰਥਿਕ ਤੇ ਅਤੇ ਕਾਨੂੰਨੀ ਧਾਰਨਾ ਸੀ,
ਜਿਸਨੂੰ ਵਿਧਾਨਿਕ ਧਾਰਨਾ ਵੀ ਕਿਹਾ ਜਾਂਦਾ ਹੈ। ਹੌਲੀ ਹੌਲੀ ਜਦੋਂ ਜੋ ਵਰਗ ਵਿਵਸਥਾ ਹੈ ਜਾਂ ਵਰਗ ਹੈ ਉਸ ਨੂੰ ਜਦੋਂ ਸਮਾਜ ਦੇ ਨਾਲ, ਸਮਾਜ ਦੇ ਲੋਕਾਂ ਦੇ ਨਾਲ ਜੋੜ ਦਿੱਤਾ ਗਿਆ, ਤਾਂ ਇਸ ਵਰਗ ਵਿਵਸਥਾ ਨੂੰ, ਜਿਸ ਤੋਂ ਪਹਿਲਾਂ ਆਰਥਿਕ ਜਾਂ ਕਾਨੂੰਨੀ ਕਿਹਾ ਜਾਂਦਾ ਸੀ, ਹੁਣ ਉਸਨੂੰ ਸਮਾਜਿਕ ਧਾਰਨਾ ਦਾ ਨਾਮ ਦੇ ਦਿੱਤਾ ਗਿਆ ਹੈ। ਇਸ ਕਰਕੇ ਹਰ ਇੱਕ ਵਰਗ ਕੀ ਹੈ, ਆਰਥਿਕ ਪੱਖੋਂ ਇੱਕ ਦੂਸਰੇ ਤੋਂ ਵੱਖ ਹੁੰਦਾ ਹੈ। ਹੁਣ ਆਰਥਿਕਤਾ ਦੇ ਵਿੱਚ ਪੈਸਾ ਆ ਜਾਏਗਾ, ਕਿੰਨੀ ਜਾਇਦਾਦ ਹੈ, ਕਿੰਨੀ ਪ੍ਰਾਪਰਟੀ ਹੈ, ਇਹ ਸਾਰੀਆਂ ਚੀਜ਼ਾਂ ਆਰਥਿਕ ਵਿਵਸਥਾ ਦੇ ਵਿੱਚ ਜਾਂ ਆਰਥਿਕਤਾ ਦੇ ਵਿੱਚ ਸ਼ਾਮਿਲ ਹੋਣਗੀਆਂ। ਇਸ ਕਰਕੇ ਅਰਥ ਵਿਵਸਥਾ ਕਿਸੇ ਵਿਅਕਤੀ ਦੀ ਜੇ ਜਾਣਨੀ ਹੈ ਤਾਂ ਉਸ ਤੋਂ ਇਸ ਚੀਜ਼ ਤੋਂ ਆਪਾਂ ਜਾਣ ਸਕਦੇ ਹਾਂ ਕਿ ਉਸ ਵਿਅਕਤੀ ਦੇ ਕੋਲ ਕਿੰਨੀ ਜਾਇਦਾਦ ਹੈ, ਕਿੰਨਾ ਬੈਂਕ ਬੈਲੈਂਸ ਹੈ ਜਾਂ ਕਿੰਨਾ ਪੈਸਾ ਹੈ, ਤੇ ਉਹ ਸਮਾਜ ਦੇ ਵਿੱਚ ਕਿਸ ਵਰਗ ਦਾ ਹਿੱਸਾ ਹੈ। ਸੋ ਜੇ ਉੱਚ ਵਰਗ ਦਾ ਹਿੱਸਾ ਹੈ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹਾਂ, ਉਹ ਵਿਅਕਤੀ ਦਾ ਸਮਾਜ ਦੇ ਵਿੱਚ ਆਰਥਿਕ ਰੁਤਬਾ ਜ਼ਿਆਦਾ ਹੈ, ਇਸ ਕਰਕੇ ਉਸ ਨੂੰ ਉੱਚਾ ਜਾਣਿਆ ਜਾਏਗਾ ਸਮਾਜ ਦੇ ਵਿੱਚ। ਸੋ ਵਰਗ ਪ੍ਰਣਾਲੀ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਨਹੀਂ ਪਾਈਆਂ ਜਾਂਦੀਆਂ, ਕੋਈ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਪਾਈ ਜਾਂਦੀ। ਜਿਵੇਂ ਜਾਤੀ ਵਿਵਸਥਾ ਦੀ ਪਹਿਲਾਂ ਗੱਲ ਹੋ ਚੁੱਕੀ ਸੀ। ਸੋ ਜਾਤੀ ਵਿਵਸਥਾ ਵਿੱਚ ਕੀ ਹੁੰਦਾ ਸੀ ਕਿ ਉੱਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਪਾਈਆਂ ਜਾਂਦੀਆਂ ਸੀ। ਇੱਕ ਵਿਅਕਤੀ ਆਪਣੀ ਜਾਤ ਤੋਂ ਦੂਜੀ ਜਾਤ ਦੇ ਵਿੱਚ ਨਹੀਂ ਸੀ ਜਾ ਸਕਦਾ। ਲੇਕਿਨ ਉਸਦੇ ਬਿਲਕੁਲ ਵਿਪਰੀਤ ਜੇ ਵਰਗ ਵਿਵਸਥਾ ਦੀ ਗੱਲ ਕਰੀਏ ਤਾਂ ਇੱਥੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਪਾਬੰਦੀਆਂ ਨਹੀਂ ਪਾਈਆਂ ਜਾਂਦੀਆਂ। ਕਿਉਂ? ਕਿਉਂਕਿ ਇਹ ਇੱਕ ਖੁੱਲੀ ਪ੍ਰਣਾਲੀ ਹੈ, ਇਹ ਇੱਕ ਓਪਨ ਸਿਸਟਮ ਹੈ। ਹੁਣ ਓਪਨ ਇਸ ਲਈ ਹੈ ਕਿਉਂਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਦੇ ਨਾਲ ਮਿਹਨਤ ਕਰਕੇ ਆਪਣੀ ਯੋਗਤਾ ਦੇ ਅਨੁਸਾਰ ਕਿਸੇ ਵੀ ਵਰਗ ਦਾ ਹਿੱਸਾ ਬਣ ਸਕਦਾ ਹੈ ਜਾਂ ਕਿਸੇ ਵਰਗ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ ਤੇ ਕੋਈ ਵੀ ਦੂਸਰੇ ਵਰਗ ਦਾ ਹਿੱਸਾ ਬਣ ਸਕਦਾ ਹੈ। ਇਸ ਕਰਕੇ ਜੋ ਕੁਝ ਏਦਾਂ ਦੇ ਕਾਰਨ ਹੈ ਜੋ ਵਰਗ ਵਿਵਸਥਾ ਦੇ ਵਿੱਚ ਮੌਜੂਦ ਹੁੰਦੇ ਹਨ, ਜਿਵੇਂ ਪੱਛਮੀਕਰਨ ਹੈ, ਉਦਯੋਗੀਕਰਨ, ਆਪਣੀ ਸਿੱਖਿਆ ਪ੍ਰਣਾਲੀ ਹੈ ਅਤੇ ਆਧੁਨਿਕੀਕਰਨ ਹੈ, ਇਹਨਾਂ ਕਾਰਨਾਂ ਕਾਰਨ ਜੋ ਵਰਗ ਵਿਵਸਥਾ ਹੈ ਉਹ ਮੌਜੂਦ ਹੈ। ਇਸ ਦਾ ਮਤਲਬ ਕਿ ਜਿੱਥੇ ਪੱਛਮੀ ਦੇਸ਼ਾਂ ਦਾ ਪ੍ਰਭਾਵ ਪੈ ਰਿਹਾ ਹੈ, ਜਿੱਥੇ ਇੰਡਸਟਰੀਜ਼ ਆ ਗਈਆਂ, ਉਦਯੋਗ ਦੇਖਣ ਨੂੰ ਮਿਲ ਰਹੇ ਹੈ, ਸਿੱਖਿਆ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਲੋਕ ਵੱਧ ਆਧੁਨਿਕ ਬਣ ਰਹੇ ਹੈ, ਇਹਨਾਂ ਕਾਰਨਾਂ ਕਰਕੇ ਸਮਾਜ ਦੇ ਵਿੱਚ ਵਰਗ ਵਿਵਸਥਾ ਦੇਖਣ ਨੂੰ ਮਿਲੀ, ਕਿਉਂਕਿ ਇਹ ਇੱਕ ਖੁੱਲਾ ਸਿਸਟਮ ਹੈ, ਇੱਕ ਖੁੱਲੀ ਪ੍ਰਣਾਲੀ ਹੈ। ਇਸ ਕਰਕੇ ਕਿ ਜਦੋਂ ਕੋਈ ਵੀ ਵਿਅਕਤੀ ਸਮਾਜ ਦੇ ਵਿੱਚ ਅੰਤਰ ਕਿਰਿਆਵਾਂ ਕਰਦਾ ਹੈ, ਇੱਕ ਦੂਸਰੇ ਦੇ ਸੰਪਰਕ ਵਿੱਚ ਆਉਂਦਾ ਹੈ, ਤਦ ਉਹ ਚੇਤਨ ਰੂਪ ਦੇ ਵਿੱਚ ਇੱਕ ਵਰਗ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਸੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਵਰਗ 3 ਕਿਸਮਾਂ ਦਾ ਹੋਵੇਗਾ। ਸਭ ਤੋਂ ਪਹਿਲਾਂ ਹੈ ਉੱਚ ਵਰਗ, ਦੂਸਰਾ ਮੱਧ ਵਰਗ ਤੇ ਤੀਸਰਾ ਹੈ ਨੀਵਾਂ ਵਰਗ। ਸੋ ਉੱਚ ਵਰਗ ਨੂੰ ਅਪਰ ਕਲਾਸ ਕਿਹਾ ਜਾਏਗਾ। ਉਹ ਵਿਅਕਤੀ ਜੋ ਅਮੀਰ ਹੈ, ਜਿਨ੍ਹਾਂ ਦੇ ਕੋਲ ਪੈਸਾ ਵੱਧ ਹੈ, ਉਹ ਸਾਰੇ ਵਿਅਕਤੀ ਉੱਚ ਸ਼੍ਰੇਣੀ ਦੇ ਵਿੱਚ ਜਾਂ ਉੱਚ ਵਰਗ ਦਾ ਹਿੱਸਾ ਹੋਣਗੇ, ਉਸ ਵਰਗ ਦੇ ਵਿੱਚ ਸ਼ਾਮਿਲ ਹੋਣਗੇ। ਉਸ ਤੋਂ ਬਾਅਦ ਦੂਜਾ ਹੈ ਮੱਧ ਵਰਗ, ਮਿਡਲ ਕਲਾਸ। ਸੋ ਮੱਧ ਵਰਗ ਦੇ ਵਿੱਚ ਇਸ ਦਾ ਮਤਲਬ ਨਾ ਇੱਕ ਵਿਅਕਤੀ ਨਾ ਜ਼ਿਆਦਾ ਅਮੀਰ ਤੇ ਨਾ ਹੀ ਬਿਲਕੁਲ ਗਰੀਬ, ਜੋ ਮਿਡਲ ਕਲਾਸ ਫੈਮਲੀਜ਼ ਜੇ ਆਪਾਂ ਉਦਾਹਰਨ ਲਈਏ, ਸੋ ਉਹ ਸਾਰੀਆਂ ਫੈਮਲੀਜ਼, ਉਦਾਂ ਦੇ ਵਿਅਕਤੀ ਜਿਨ੍ਹਾਂ ਦੇ ਕੋਲ ਆਰਥਿਕ ਤੌਰ ਉੱਤੇ ਪੈਸਾ ਦਰਮਿਆਨੇ ਲੈਵਲ ਦਾ ਹੈ, ਮਿਡਲ ਲੈਵਲ ਦਾ ਹੈ, ਸੋ ਉਹ ਮੱਧ ਵਰਗ ਦੇ ਵਿੱਚ ਸ਼ਾਮਿਲ ਹੋ ਜਾਣਗੇ। ਔਰ ਤੀਸਰਾ ਸਭ ਤੋਂ ਨੀਵਾਂ ਵਰਗ ਕੀ ਹੈ, ਜਿਸਨੂੰ ਲੋਅਰ ਕਲਾਸ ਕਿਹਾ ਜਾਂਦਾ ਹੈ, ਨੀਵਾਂ ਵਰਗ ਕਿਹਾ ਜਾਂਦਾ ਹੈ। ਸੋ ਇਹ ਜਿਹੜਾ ਵਰਗ ਹੈ, ਇਸ ਵਰਗ ਦੇ ਵਿੱਚ ਕੀ ਹੈ, ਗਰੀਬੀ ਹੈ। ਇਸ ਦਾ ਅਰਥ ਇਹ ਹੈ ਕਿ ਜਿੰਨੇ ਵੀ ਲੋਕ ਜਿਨ੍ਹਾਂ ਕੋਲ ਆਰਥਿਕ ਸਹੂਲਤਾਂ ਜਾਂ ਆਰਥਿਕ ਤੌਰ ਦੇ ਉੱਤੇ ਐਸੈਟਸ ਜਾਂ ਪੈਸਾ ਨਹੀਂ ਹੈ, ਉਹ ਸਾਰੇ ਨੀਵੇਂ ਵਰਗ ਦੇ ਵਿੱਚ ਸ਼ਾਮਿਲ ਹੋ ਜਾਣਗੇ। ਸੋ ਨੀਵੇਂ ਵਰਗ ਦੇ ਵਿੱਚ ਸ਼ਾਮਿਲ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਵਿਅਕਤੀ ਮਿਹਨਤ ਨਹੀਂ ਕਰ ਰਿਹਾ, ਪਰ ਕਿਉਂਕਿ ਇਹ ਜਿਹੜਾ ਪੂਰੀ ਵਰਗ ਵਿਵਸਥਾ ਹੈ, ਇਹ ਆਰਥਿਕ ਤੌਰ ਉੱਤੇ ਸਮਾਜ ਨੂੰ ਵੰਡਦੀ ਹੈ। ਆਰਥਿਕਤਾ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਕਿਸ ਦੇ ਕੋਲ ਪੈਸਾ ਜ਼ਿਆਦਾ ਹੈ ਜਾਂ ਕਿਸ ਦੇ ਕੋਲ ਘੱਟ, ਜਾਂ ਕੌਣ ਇਕਨੋਮਿਕ ਲੈਵਲ ਦੇ ਉੱਤੇ ਰਿਚ ਹੈ ਜਾਂ ਪੂਅਰ। ਸੋ ਇਸ ਕਰਕੇ ਅੱਗੇ ਹੁਣ ਇਸ ਦੀਆਂ ਪਰਿਭਾਸ਼ਾਵਾਂ ਦੇਖਾਂਗੇ। ਸਭ ਤੋਂ ਪਹਿਲਾਂ ਤਾਂ ਮੈਕਾਈਵਰ ਨੇ ਇੱਕ ਬਹੁਤ ਵਧੀਆ ਪਰਿਭਾਸ਼ਾ ਦਿੱਤੀ ਹੈ। ਮੈਕਾਈਵਰ ਦੇ ਅਨੁਸਾਰ ਸਮਾਜਿਕ ਵਰਗ ਸਮਾਜ ਦੀ ਕੋਈ ਵੀ ਸਥਿਤੀ ਹੁੰਦੀ ਹੈ ਜੋ ਸਮਾਜਿਕ ਸਥਿਤੀ ਦੁਆਰਾ ਬਾਕੀਆਂ ਨਾਲੋਂ ਵੱਖਰੀ ਹੁੰਦੀ ਹੈ। ਸੋ ਜਦ ਤੱਕ ਕੰਪੇਅਰ ਜਾਂ ਤੁਲਨਾ ਹੀ ਨਹੀਂ ਕੀਤੀ ਜਾਏਗੀ, ਤਦ ਤੱਕ ਇੱਕ ਵਰਗ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਵਿਅਕਤੀ ਕਿਹੜੇ ਵਰਗ ਦੇ ਵਿੱਚ ਸ਼ਾਮਿਲ ਹੁੰਦਾ ਹੈ। ਇਸ ਦਾ ਮਤਲਬ ਉੱਚ ਵਰਗ ਵਿੱਚ ਹੈ, ਮੱਧ ਵਿੱਚ ਜਾਂ ਨੀਵੇਂ ਵਰਗ ਵਿੱਚ। ਔਰ ਇਹ ਤਾਂ ਹੀ ਦੇਖਿਆ ਜਾਏਗਾ, ਇਸ ਚੀਜ਼ ਦਾ ਤਾਂ ਹੀ ਅੰਦਾਜ਼ਾ ਲਗਾਇਆ ਜਾਏਗਾ ਜਦੋਂ ਉਸਦੀ ਸਥਿਤੀ ਬਾਕੀਆਂ ਦੇ ਨਾਲ ਸਥਿਤੀ ਦੀ ਤੁਲਨਾ ਕੀਤੀ ਜਾਏਗੀ। ਇਸ ਕਰਕੇ ਮੈਕਾਈਵਰ ਦੇ ਕਹਿਣ ਅਨੁਸਾਰ ਜੋ ਸਮਾਜਿਕ ਵਰਗ ਹੈ, ਉਹ ਸਮਾਜ ਦੀ ਕੋਈ ਵੀ ਸਥਿਤੀ, ਭਾਵੇਂ ਉਹ ਉੱਚੀ ਹੈ, ਮੱਧ ਹੈ ਜਾਂ ਨੀਵੀਂ ਸਥਿਤੀ ਹੈ,
ਉਹ ਉਸਦੀ ਸਥਿਤੀ ਹੁੰਦੀ ਹੈ ਸਮਾਜ ਦੇ ਦੁਆਰਾ, ਅਤੇ ਜੋ ਸਮਾਜਿਕ ਸਥਿਤੀ ਦੁਆਰਾ ਬਾਕੀਆਂ ਨਾਲੋਂ ਵੱਖਰੀ ਹੁੰਦੀ ਹੈ। ਸੋ ਅੱਗੇ ਚੱਲਾਂਗੇ, ਇੱਕ ਹੋਰ ਪਰਿਭਾਸ਼ਾ ਹੈ ਲੈਪੀਅਰ ਦੇ ਅਨੁਸਾਰ। ਲੈਪੀਅਰ ਇੱਕ ਸੋਸ਼ੀਓਲੋਜਿਸਟ ਹੋਏ ਹੈ, ਉਹਨਾਂ ਨੇ ਕੀ ਕਿਹਾ ਕਿ ਇੱਕ ਸਮਾਜਿਕ ਵਰਗ ਇੱਕ ਸੱਭਿਆਚਾਰਕ ਤੌਰ ਤੇ ਪਰਿਭਾਸ਼ਿਤ ਸਮੂਹ ਹੁੰਦਾ ਹੈ। ਸੱਭਿਆਚਾਰਕ ਤੌਰ ਤੇ ਇੱਕ ਇਹ ਸਮੂਹ ਹੁੰਦਾ ਹੈ ਜਿਸ ਨੂੰ ਸਮੁੱਚੀ ਆਬਾਦੀ ਦੇ ਅੰਦਰ ਇੱਕ ਖਾਸ ਸਥਿਤੀ ਜਾਂ ਰੁਤਬਾ ਦਿੱਤਾ ਗਿਆ ਹੁੰਦਾ ਹੈ। ਇਸ ਦਾ ਮਤਲਬ ਕਿ ਜੋ ਵਿਅਕਤੀ ਇੱਕ ਉੱਚੀ ਸ਼੍ਰੇਣੀ ਦੇ ਵਿੱਚ ਸ਼ਾਮਿਲ ਹੋਏਗਾ ਉਸਨੂੰ ਉਸ ਦਰਜੇ ਤੇ, ਉੱਚੇ ਦਰਜੇ ਦੇ ਉੱਤੇ ਸਮਾਜ ਦੇ ਵਿੱਚ ਰੱਖਿਆ ਜਾਏਗਾ। ਦੂਸਰੇ ਤੌਰ ਤੇ ਉੱਤੇ ਜਿਹੜਾ ਵਿਅਕਤੀ ਇੱਕ ਨੀਵੇਂ ਵਰਗ ਦੇ ਵਿੱਚ ਜਾਂ ਉਸਦੇ ਕੋਲ ਜੇ ਪੈਸਾ ਘੱਟ ਹੋਏਗਾ, ਉਸਦਾ ਰੁਤਬਾ ਜਾਂ ਸਥਿਤੀ ਨੀਵੀਂ ਹੋਏਗੀ, ਤਾਂ ਸਮਾਜ ਦੇ ਵਿੱਚ ਵੀ ਜਾਂ ਦਰਜਾਬੰਦੀ ਦੇ ਵਿੱਚ ਵੀ ਉਸਨੂੰ ਨੀਚੇ ਲੈਵਲ ਦੇ ਉੱਤੇ, ਨੀਵੇਂ ਦਰਜੇ ਦੇ ਉੱਤੇ ਰੱਖਿਆ ਜਾਏਗਾ। ਇਸ ਕਰਕੇ ਸਮਾਜ ਦੇ ਵਿੱਚ ਜੋ ਵਰਗ ਵਿਵਸਥਾ ਹੈ ਉਹ ਪੂਰੀ ਤਰ੍ਹਾਂ ਆਰਥਿਕ ਤੌਰ ਦੇ ਉੱਤੇ ਹੈ, ਮਤਲਬ ਆਰਥਿਕਤਾ ਦੇ ਉੱਤੇ ਉਹ ਆਧਾਰਿਤ ਹੁੰਦੀ ਹੈ। ਰੇਮੰਡ ਐਰਨ ਨੇ ਵੀ ਪਰਿਭਾਸ਼ਾ ਦਿੱਤੀ ਹੈ। ਸੋ ਰੇਮੰਡ ਐਰਨ ਦੇ ਅਨੁਸਾਰ ਕੀ ਹੈ, ਵਰਗ ਇੱਕ ਆਰਥਿਕ ਅਤੇ ਕਾਨੂੰਨੀ ਧਾਰਨਾ ਹੈ। ਜਦੋਂ ਅਸੀਂ ਇਸ ਨੂੰ ਸਮਾਜਿਕ ਸਥਿਤੀ ਦੇ ਨਾਲ ਜੋੜ ਲੈਂਦੇ ਹਾਂ ਤਾਂ ਹੀ ਇੱਕ ਸਮਾਜਿਕ ਸੰਕਲਪ ਬਣ ਜਾਂਦਾ ਹੈ, ਕਿਉਂਕਿ ਆਰਥਿਕ ਤੌਰ ਤੇ, ਕਾਨੂੰਨੀ ਤੌਰ ਦੇ ਉੱਤੇ ਚੀਜ਼ਾਂ ਦੇਖੀਆਂ ਜਾਂਦੀਆਂ ਕਿ ਵਿਅਕਤੀ ਦੇ ਕੋਲ ਕਿੰਨਾ ਪੈਸਾ ਹੈ, ਉਹ ਕਿਸ ਵਰਗ ਦਾ ਹਿੱਸਾ ਹੈ, ਜਾਂ ਉਹ ਅਮੀਰ ਹੈ ਜਾਂ ਗਰੀਬ। ਸੋ ਜਦੋਂ ਇਹ ਚੀਜ਼ਾਂ, ਸਾਰੀਆਂ ਹੀ ਚੀਜ਼ਾਂ ਸਮਾਜਿਕ ਸਥਿਤੀ ਦੇ ਨਾਲ ਜੋੜ ਦਿੱਤੀਆਂ ਜਾਣਗੀਆਂ ਤਦ ਇਹ ਇੱਕ ਸਮਾਜਿਕ ਸੰਕਲਪ ਬਣ ਜਾਏਗਾ। ਕਿਉਂਕਿ ਹਰੇਕ ਸਮਾਜ ਕੀ ਹੈ, ਕਈ ਵਰਗਾਂ ਦੇ ਵਿੱਚ ਵੰਡਿਆ ਹੋਇਆ, ਹਰ ਇੱਕ ਵਰਗ ਵੀ ਕਈ ਉਪ ਵਰਗਾਂ ਦੇ ਵਿੱਚ ਵੰਡਿਆ ਹੋਇਆ। ਜਿਵੇਂ ਅਪਰ ਕਲਾਸ ਦੀ ਗੱਲ ਹੋ ਰਹੀ ਹੈ, ਮਿਡਲ ਜਾਂ ਲੋਅਰ, ਉੱਚ ਵਰਗ, ਮੱਧ ਵਰਗ ਜਾਂ ਨੀਵੇਂ ਵਰਗ ਦੀ ਗੱਲ ਹੁੰਦੀ ਹੈ। ਹਰ ਇੱਕ ਵਰਗ ਕੀ ਹੈ, ਦੂਸਰੇ ਵਰਗ ਤੋਂ ਕਿਤੇ ਨਾ ਕਿਤੇ ਆਰਥਿਕ ਤੌਰ ਤੇ, ਸਮਾਜਿਕ ਤੌਰ ਉੱਤੇ ਨੀਵਾਂ ਜਾਂ ਉੱਚਾ ਹੋਏਗਾ, ਤੇ ਹਰੇਕ ਸਮਾਜ ਵਿੱਚ ਕਈ ਵਰਗ ਪਾਏ ਜਾਣਗੇ ਅਤੇ ਹਰ ਇੱਕ ਵਰਗ ਦੀ ਸਮਾਜ ਵਿੱਚ ਵੱਖਰੋ ਵੱਖਰੀ ਸਥਿਤੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਜੇ ਉੱਚ ਵਰਗ ਦੀ ਗੱਲ ਕਰਦੇ ਹਾਂ ਤਾਂ ਉਸਦੀ ਸਥਿਤੀ ਸਮਾਜ ਦੇ ਵਿੱਚ ਉੱਚੀ ਹੋਏਗੀ। ਜੇ ਮੱਧ ਵਰਗ ਦੀ ਗੱਲ ਕਰਦੇ ਹਾਂ ਤਾਂ ਮੱਧ ਸਥਿਤੀ ਤੇ ਤੀਜੇ ਦਰਜੇ ਤੇ ਜਿਹੜੀ ਜੋ ਹੋਏਗੀ, ਜੋ ਵਰਗ ਹੋਊਗਾ ਉਸਦੀ ਸਭ ਤੋਂ ਨੀਵੀਂ ਸਥਿਤੀ ਹੋਏਗੀ। ਇਸ ਕਰਕੇ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਵੇਂ ਵੱਖ-ਵੱਖ ਸਮਾਜ ਹੈ, ਭਾਵੇਂ ਕੋਈ ਪੇਂਡੂ ਸਮਾਜ, ਸ਼ਹਿਰੀ ਜਾਂ ਕਬਾਇਲੀ ਸਮਾਜ ਦੀ ਗੱਲ ਕਰ ਰਹੇ ਹਾਂ, ਉਵੇਂ ਹੀ ਹਰ ਇੱਕ ਸਮਾਜ ਦੇ ਵਿੱਚ ਇਹ ਤਿੰਨ ਵਰਗ ਪਾਏ ਜਾਂਦੇ ਹੈ। ਇਹ ਸਰਵ ਵਿਆਪਕ ਹੈ। ਇਹ ਤਿੰਨ ਵਰਗ ਪਾਏ ਜਾਣ ਤੋਂ ਇਲਾਵਾ ਹਰ ਇੱਕ ਸਮਾਜ ਦੇ ਵਿੱਚ ਵੱਖੋ ਵੱਖਰੀ ਜੋ ਵਰਗ ਹੈ ਉਸਦੀ ਸਥਿਤੀ ਵੀ ਵੱਖਰੋ ਵੱਖਰੀ ਹੋਏਗੀ, ਅਤੇ ਸਥਿਤੀ ਦੇ ਆਧਾਰ ਤੇ ਹੀ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਜਾਣਿਆ ਜਾਏਗਾ। ਉੱਚਤਾ ਤੇ ਨੀਚਤਾ ਜਾਂ ਹੀਨਤਾ ਦਾ ਜੋ ਕੰਸੈਪਟ ਹੈ ਉਹ ਇੱਥੇ ਦੇਖਣ ਨੂੰ ਮਿਲਦਾ ਹੈ। ਸੋ ਇਸ ਕਰਕੇ ਸਥਿਤੀ ਦੇ ਆਧਾਰ ਤੇ ਵਿਅਕਤੀ ਨੂੰ ਉੱਚਾ ਦਰਜਾ ਦਿੱਤਾ ਜਾਏਗਾ ਜਾਂ ਉਸਨੂੰ ਨੀਵਾਂ ਦਰਜਾ ਦਿੱਤਾ ਜਾਏਗਾ, ਅਤੇ ਜਦੋਂ ਵਿਅਕਤੀਆਂ ਨੂੰ ਉਹਨਾਂ ਦੀ ਵਿਸ਼ੇਸ਼ ਸਮਾਜਿਕ ਸਥਿਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਉਸਨੂੰ ਵਰਗ ਵਿਵਸਥਾ ਕਿਹਾ ਜਾਂਦਾ ਹੈ। ਇਹ ਚੀਜ਼ ਮੈਂ ਇੱਥੇ ਦੁਬਾਰਾ ਦੁਹਰਾਉਣਾ ਚਾਹਾਂਗੀ ਕਿ ਜਦੋਂ ਵਿਅਕਤੀਆਂ ਨੂੰ ਕਿਸੇ ਵਿਸ਼ੇਸ਼ ਸਮਾਜਿਕ ਸਥਿਤੀ ਪ੍ਰਦਾਨ ਕਰ ਦਿੱਤੀ ਜਾਂਦੀ ਹੈ ਤਦ ਉਸਨੂੰ ਵਰਗ ਵਿਵਸਥਾ ਦਾ ਨਾਮ ਦੇ ਦਿੱਤਾ ਗਿਆ ਹੈ। ਸੋ ਅੱਗੇ ਚੱਲਾਂਗੇ, ਅਗਲੀ ਜੋ ਪਰਿਭਾਸ਼ਾ ਹੈ ਗਿਲਬਰਟ ਦੇ ਅਨੁਸਾਰ। ਸੋ ਗਿਲਬਰਟ ਨੇ ਕੀ ਕਿਹਾ ਕਿ ਇੱਕ ਸਮਾਜਿਕ ਵਰਗ ਇੱਕ ਸਮਾਜ ਵਿੱਚ ਇੱਕ ਨਿਸ਼ਚਿਤ ਰੁਤਬਾ ਰੱਖਣ ਵਾਲੇ ਵਿਅਕਤੀਆਂ ਦੇ ਸਮੂਹ ਦੀ ਇੱਕ ਸ਼੍ਰੇਣੀ ਹੈ ਜੋ ਸਥਾਈ ਤੌਰ ਤੇ ਦੂਜੇ ਸਮੂਹ ਨਾਲ ਆਪਣੇ ਸੰਬੰਧਾਂ ਨੂੰ ਨਿਰਧਾਰਿਤ ਕਰਦੀ ਹੈ। ਸੋ ਇੱਕ ਸਮਾਜਿਕ ਵਰਗ ਕੀ ਹੈ, ਸਮਾਜ ਦੇ ਵਿੱਚ ਵੱਖ-ਵੱਖ ਲੋਕ ਵੱਖ-ਵੱਖ ਵਰਗਾਂ ਦੇ ਵਿੱਚ ਵੰਡੇ ਹੋਏ ਹੈ, ਤੇ ਇੱਕ ਸਮਾਜਿਕ ਵਰਗ ਇੱਕ ਸਮਾਜ ਵਿੱਚ ਇੱਕ ਨਿਸ਼ਚਿਤ ਰੁਤਬਾ ਹੈ। ਉਹ ਰੁਤਬਾ ਜੋ ਨਿਸ਼ਚਿਤ ਕਰ ਦਿੱਤਾ ਗਿਆ ਹੈ, ਜੋ ਵਿਅਕਤੀਆਂ ਦੇ ਸਮੂਹ ਦੀ ਇੱਕ ਸ਼੍ਰੇਣੀ ਹੈ ਜੋ ਸਥਾਈ ਤੌਰ ਤੇ ਦੂਜੇ ਸਮੂਹ ਨਾਲ ਆਪਣੇ ਸੰਬੰਧਾਂ ਨੂੰ ਨਿਰਧਾਰਿਤ ਕਰਦੀ ਹੈ, ਉਸਨੂੰ ਸਮਾਜਿਕ ਵਿਵਸਥਾ ਜਾਂ ਕਹਿ ਸਕਦੇ ਕਿ ਵਰਗ ਵਿਵਸਥਾ ਦਾ ਨਾਮ ਦੇ ਦਿੱਤਾ ਗਿਆ। ਸੋ ਅੱਗੇ ਚੱਲਾਂਗੇ ਇਸ ਦੀਆਂ ਵਿਸ਼ੇਸ਼ਤਾਵਾਂ, ਕਿਉਂਕਿ ਕੋਈ ਵੀ ਚੀਜ਼ ਨੂੰ ਚੰਗੀ ਤਰ੍ਹਾਂ ਜਾਣਨ ਲਈ ਜ਼ਰੂਰੀ ਹੋ ਜਾਂਦਾ ਕਿ ਉਸ ਦੀਆਂ ਵਿਸ਼ੇਸ਼ਤਾਵਾਂ ਦਾ ਪਤਾ ਹੋਵੇ ਜਾਂ ਕਿਹੜੀ ਚੀਜ਼ ਹੈ ਜੋ ਉਸਨੂੰ ਇੰਨੀ ਜ਼ਰੂਰੀ ਬਣਾ ਰਹੀ ਹੈ, ਇੱਕ ਸਮਾਜ ਦਾ ਅੰਗ ਬਣਾ ਰਹੀ ਹੈ। ਸੋ ਸਭ ਤੋਂ ਪਹਿਲਾਂ ਤਾਂ ਹੈ ਕਿ ਉੱਚਤਾ ਜਾਂ ਉੱਚਤਮ ਤੇ ਨੀਚਤਾ ਦੀ ਭਾਵਨਾ ਵਰਗ ਵਿਵਸਥਾ ਦੇ ਵਿੱਚ ਪਾਈ ਜਾਂਦੀ ਹੈ, ਜਿਸ ਨੂੰ ਤੁਸੀਂ ਸ਼੍ਰੇਸ਼ਟਤਾ ਤੇ ਹੀਣਤਾ ਵੀ ਕਹਿ ਸਕਦੇ ਹੋ। ਸੋ ਜਿੱਥੇ ਸ਼੍ਰੇਸ਼ਟ ਹੋਣਾ, ਸੁਪੀਰੀਅਰ ਹੋਣਾ, ਜਾਂ ਨੀਚਤਾ ਜਾਂ ਹੀਣਤਾ ਦੀ ਭਾਵਨਾ, ਇਨਫੀਰੀਅਰ ਦਾ ਕੰਸੈਪਟ ਕਹਾਂਗੇ, ਸੋ ਉੱਥੇ ਕੀ ਹੈ ਅਪਰ ਮਿਡਲ ਲੋਅਰ ਜਾਂ ਉੱਚ ਮੱਧ ਤੇ ਨੀਵਾਂ ਵਰਗ ਸ਼ਾਮਿਲ ਹੋ ਜਾਂਦਾ ਹੈ।
ਕਿਉਂਕਿ ਵਰਗ ਦੇ ਵਿੱਚ ਕੀ ਹੈ, ਵੱਖ-ਵੱਖ ਲੋਕ ਅਲੱਗ-ਅਲੱਗ ਆਰਥਿਕ ਸਥਾਨ ਉੱਤੇ ਹੋਣਗੇ। ਵੱਖ-ਵੱਖ ਆਰਥਿਕ ਸਥਾਨਾਂ ਤੇ ਹੋਣ ਦੇ ਨਾਲ ਕੀ ਹੈ, ਉਹਨਾਂ ਦੇ ਕੋਲ ਕੁਝ ਚੀਜ਼ਾਂ ਉਪਲਬਧ ਹੋਣਗੀਆਂ ਤੇ ਕੁਝ ਨਹੀਂ ਹੋਣਗੀਆਂ। ਇਸ ਦਾ ਮਤਲਬ ਨੀਵੇਂ ਵਰਗ ਦੇ ਕੋਲ ਕੀ ਹੈ, ਕੁਝ ਚੀਜ਼ਾਂ ਦੀ ਘਾਟ ਹੋਏਗੀ ਤੇ ਉੱਚੇ ਵਰਗ ਦੇ ਕੋਲ ਹਰ ਇੱਕ ਉਹ ਸੁਵਿਧਾ, ਹਰ ਇੱਕ ਉਹ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾਏਗੀ ਜਾਂ ਉਹਨਾਂ ਦੇ ਕੋਲ ਹੋਏਗੀ ਜੋ ਇਸ ਜ਼ਿੰਦਗੀ ਦੇ ਵਿੱਚ, ਆਲੀਸ਼ਾਨ ਜ਼ਿੰਦਗੀ ਦੇ ਵਿੱਚ ਜੀਣ ਵਾਸਤੇ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਉੱਚਤਾ ਜਾਂ ਨੀਚਤਾ ਦੀ ਜੇ ਭਾਵਨਾ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਨਾਲ ਕੀ ਹੈ, ਰਹਿਣ ਦੇ ਸਥਾਨ ਦਾ ਵੀ ਪਤਾ ਲੱਗਦਾ ਹੈ ਕਿ ਜੇ ਇੱਕ ਵਿਅਕਤੀ ਕਿਸੇ ਵਧੀਆ ਜਗ੍ਹਾ ਦੇ ਉੱਤੇ, ਕਿਸੇ ਵਧੀਆ ਲੋਕੈਲਿਟੀ ਦੇ ਉੱਤੇ, ਏਰੀਆ ਦੇ ਵਿੱਚ ਰਹਿ ਰਿਹਾ ਹੈ ਤਾਂ ਉਸ ਤੋਂ ਉਸ ਵਿਅਕਤੀ ਦਾ ਵਰਗ ਵੀ, ਉਹਦੀ ਕਲਾਸ ਵੀ ਜੱਜ ਕੀਤੀ ਜਾ ਸਕਦੀ ਹੈ। ਇਸ ਕਰਕੇ ਸ਼੍ਰੇਸ਼ਟਤਾ ਤੇ ਹੀਣਤਾ ਦੀ ਭਾਵਨਾ ਦੋਨੋਂ ਹੀ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਹਨ। ਨੈਕਸਟ ਪੁਆਇੰਟ ਹੈ ਸਮਾਜਿਕ ਗਤੀਸ਼ੀਲਤਾ। ਹੁਣ ਦੇਖੋ, ਗਤੀਸ਼ੀਲਤਾ ਆਪਣੇ ਆਪ ਦੇ ਵਿੱਚ ਹੀ ਬੜਾ ਵਧੀਆ ਸ਼ਬਦ ਹੈ। ਗਤੀ ਹੋਣਾ, ਸਮਾਜ ਦੇ ਵਿੱਚ ਗਤੀ ਹੋਣਾ, ਲੋਕਾਂ ਦੇ ਵਿੱਚ ਗਤੀ ਹੋਣਾ। ਸੋ ਸਮਾਜਿਕ ਗਤੀਸ਼ੀਲਤਾ ਕੀ ਹੈ, ਜਦੋਂ ਸਮਾਜ ਦੇ ਵਿੱਚ ਲੋਕ ਕੀ ਹੈ, ਉਹਨਾਂ ਦੀ ਤਰੱਕੀ ਹੋ ਰਹੀ ਹੈ ਜਾਂ ਗਤੀ ਹੋ ਰਹੀ ਹੈ। ਹੁਣ ਗਤੀ ਨੂੰ ਸਿਰਫ ਇੱਕ ਤਰੱਕੀ ਸ਼ਬਦ ਦੇ ਨਾਲ ਹੀ ਨਹੀਂ ਜੋੜਾਂਗੇ, ਬਲਕਿ ਜਦੋਂ ਕੋਈ ਅਮੀਰ ਤੋਂ ਜਾਂ ਗਰੀਬ ਤੋਂ ਅਮੀਰ ਹੋ ਰਿਹਾ ਹੈ ਜਾਂ ਕੋਈ ਅਮੀਰ ਤੋਂ ਗਰੀਬ ਹੋ ਰਿਹਾ ਹੈ, ਕੋਈ ਮੱਧ ਵਰਗ ਤੋਂ ਉੱਚੇ ਵਰਗ ਦੇ ਵਿੱਚ ਜਾ ਰਿਹਾ ਹੈ ਜਾਂ ਉੱਚੇ ਵਰਗ ਤੋਂ ਉਹ ਮੱਧ ਜਾਂ ਨੀਵੇਂ ਵਰਗ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਸੋ ਉਸਨੂੰ ਕੀ ਹੈ, ਗਤੀਸ਼ੀਲਤਾ ਕਹਾਂਗੇ। ਸਮਾਜ ਦੇ ਵਿੱਚ ਇੱਕ ਵਿਅਕਤੀ ਦੀ ਜਾਂ ਤਾਂ ਉੱਪਰ ਵੱਲ ਦੀ ਗਤੀ ਹੋ ਰਹੀ ਹੈ ਜਾਂ ਨੀਚੇ ਵੱਲ ਦੀ ਗਤੀ। ਇਸ ਕਰਕੇ ਸਮਾਜਿਕ ਗਤੀਸ਼ੀਲਤਾ ਵਰਗ ਵਿਵਸਥਾ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇੱਕ ਵਿਅਕਤੀ ਆਪਣੇ, ਜੇ ਉਹ ਗਲਤ ਕੰਮ ਕਰ ਰਿਹਾ ਹੈ ਤਾਂ ਉਸਦੀ ਜੋ ਗਤੀ ਹੈ ਉਹ ਵੀ ਨੀਚੇ ਵੱਲ ਨੂੰ ਹੋਏਗੀ, ਜਾਂ ਜੇ ਇੱਕ ਵਿਅਕਤੀ ਵਧੀਆ ਕੰਮ ਕਰ ਰਿਹਾ ਹੈ, ਮਿਹਨਤ ਕਰ ਰਿਹਾ ਹੈ, ਦੇਸ਼ ਦੀ ਸੇਵਾ ਕਰ ਰਿਹਾ ਹੈ, ਤਰੱਕੀ ਕਰ ਰਿਹਾ ਹੈ, ਤਾਂ ਆਟੋਮੈਟਿਕਲੀ ਹੀ ਉਸਨੂੰ ਕੀ ਹੈ, ਸਮਾਜਿਕ ਗਤੀਸ਼ੀਲਤਾ ਉਸਦੀ ਉੱਪਰ ਵੱਲ ਦੀ ਹੋਏਗੀ। ਸੋ ਨਤੀਜੇ ਵਜੋਂ ਉਸਨੂੰ ਉੱਚਾ ਜਾਂ ਨੀਵਾਂ ਸਥਾਨ ਵਿਅਕਤੀ ਨੂੰ ਦਿੱਤਾ ਜਾਏਗਾ ਸਮਾਜ ਦੇ ਵਿੱਚ। ਸੋ ਇਸ ਤੋਂ ਇਹ ਜ਼ਰੂਰ ਪਤਾ ਲੱਗ ਜਾਏਗਾ ਕਿ ਇੱਕ ਵਿਅਕਤੀ ਜੋ ਭੂਮਿਕਾ ਨਿਭਾ ਰਿਹਾ ਹੈ, ਜੋ ਉਹ ਕੰਮ ਕਰ ਰਿਹਾ ਹੈ ਜਾਂ ਜੋ ਉਹਦਾ ਸਮਾਜ ਦੇ ਵਿੱਚ ਜੋ ਉਹਦੀ ਸਥਿਤੀ ਹੈ, ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੈ, ਇੱਕ ਵਿਅਕਤੀ ਨੂੰ ਉੱਚਤਾ ਤੇ ਨੀਚਤਾ ਜਾਂ ਉਹਨੂੰ ਅਪਰ, ਮਿਡਲ ਜਾਂ ਲੋਅਰ ਲੈਵਲ ਦੇ ਉੱਤੇ ਰੱਖਿਆ ਜਾਏਗਾ। ਸੋ ਇਸ ਨੂੰ ਸਮਾਜਿਕ ਗਤੀਸ਼ੀਲਤਾ ਦਾ ਨਾਮ ਦਿੱਤਾ ਜਾਂਦਾ ਹੈ ਔਰ ਇਹ ਸਮਾਜਿਕ ਗਤੀਸ਼ੀਲਤਾ ਵਰਗ ਵਿਵਸਥਾ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ। ਅਗਲਾ ਪੁਆਇੰਟ ਹੈ ਖੁੱਲਾਪਣ, ਜਿਸ ਨੂੰ ਓਪਨਨੈਸ ਵੀ ਕਿਹਾ ਜਾਂਦਾ ਹੈ। ਜਿਵੇਂ ਮੈਂ ਪਹਿਲਾਂ ਵੀ ਇਸ ਚੀਜ਼ ਨੂੰ ਦਾ ਅਰਥ ਦੱਸਿਆ ਸੀ ਕਿ ਖੁੱਲਾਪਣ ਹੈ। ਜਿਵੇਂ ਜੇ ਜਾਤੀ ਵਿਵਸਥਾ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਬੰਦ ਵਿਵਸਥਾ ਹੈ, ਮਤਲਬ ਇੱਕ ਵਾਰੀ ਜਨਮ ਤੋਂ ਜਿਹੜਾ ਵਿਅਕਤੀ ਜਾਤੀ ਦੇ ਵਿੱਚ ਪ੍ਰਵੇਸ਼ ਕਰ ਗਿਆ, ਭਾਵੇਂ ਉਹ ਬ੍ਰਾਹਮਣ ਹੈ, ਖੱਤਰੀ, ਵੈਸ਼ ਜਾਂ ਸ਼ੂਦਰ ਹੈ, ਸੋ ਉਹ ਚਾਹੁੰਦੇ ਹੋਏ ਵੀ ਉਸ ਜਾਤੀ ਚੋਂ ਬਾਹਰ ਨਹੀਂ ਆ ਸਕਦਾ। ਇਸ ਕਰਕੇ ਜਾਤੀ ਵਿਵਸਥਾ ਬੰਦ ਵਿਵਸਥਾ ਹੈ ਤੇ ਉਸਦੇ ਬਿਲਕੁਲ ਹੀ ਉਲਟ, ਬਿਲਕੁਲ ਵਿਪਰੀਤ ਜੋ ਵਰਗ ਵਿਵਸਥਾ ਹੈ ਉਹ ਖੁੱਲੀ ਵਿਵਸਥਾ ਹੈ। ਇਸ ਦੇ ਵਿੱਚ ਖੁੱਲਾਪਣ ਦੇਖਣ ਨੂੰ ਮਿਲਦਾ ਹੈ, ਅਰਥਾਤ ਕਿ ਜੋ ਵਰਗ ਵਿਵਸਥਾ ਹੈ, ਕੋਈ ਵੀ ਵਿਅਕਤੀ ਉਸ ਦੇ ਵਿੱਚ ਆਪਣੀ ਮਰਜ਼ੀ ਨਾਲ ਮਿਹਨਤ ਕਰਕੇ ਪ੍ਰਵੇਸ਼ ਕਰ ਸਕਦਾ ਹੈ, ਜਾਂ ਜੇ ਮਿਹਨਤ ਨਹੀਂ ਕਰ ਰਿਹਾ ਤਾਂ ਉਹ ਦੂਜੇ ਵਰਗ ਦਾ ਹਿੱਸਾ ਬਣ ਸਕਦਾ ਹੈ। ਸੋ ਅਮੀਰ ਤੋਂ ਗਰੀਬ ਜਾਂ ਗਰੀਬ ਤੋਂ ਅਮੀਰ ਹੋਣਾ ਇੱਕ ਵਿਅਕਤੀ ਦੇ ਆਪਣੇ ਹੱਥ ਵਿੱਚ ਹੈ। ਕੁਦਰਤ ਦੁਆਰਾ ਇਹ ਚੀਜ਼ਾਂ ਨਹੀਂ ਦਿੱਤੀਆਂ ਗਈਆਂ, ਬਲਕਿ ਇਹ ਇੱਕ ਵਿਅਕਤੀ ਦੀ ਆਪਣੀ ਚੁਆਇਸ ਹੈ, ਜਿਸ ਦੇ ਅਨੁਸਾਰ ਉਹ ਵੱਖ-ਵੱਖ ਜੋ ਵਰਗ ਹੈ ਉਹਨਾਂ ਦਾ ਹਿੱਸਾ ਹੈ ਤੇ ਉਹਨਾਂ ਵਰਗਾਂ ਦੇ ਵਿੱਚ ਰਹਿ ਕੇ, ਉਹਨਾਂ ਵਰਗਾਂ ਦੇ ਵਿੱਚ ਸ਼ਾਮਿਲ ਹੋ ਕੇ ਉਹ ਵਿਅਕਤੀ ਆਪਣਾ ਕਾਰਜ ਜਾਂ ਆਪਣਾ ਕੰਮ ਕਰ ਰਿਹਾ ਹੈ। ਅਗਲੀ ਵਿਸ਼ੇਸ਼ਤਾ ਵੱਲ ਚੱਲਾਂਗੇ, ਸੀਮਿਤ ਸਮਾਜਿਕ ਸੰਬੰਧ। ਜੋ ਸੋਸ਼ਲ ਰਿਲੇਸ਼ਨਸ ਹੈ, ਜੋ ਸੰਬੰਧ ਹੈ ਉਹ ਵੀ ਸੀਮਿਤ ਹੁੰਦੇ ਨੇ, ਕਿਉਂਕਿ ਵਰਗ ਵਿਵਸਥਾ ਵਿੱਚ ਵਿਅਕਤੀ ਦੇ ਸਮਾਜਿਕ ਸੰਬੰਧ ਸੀਮਿਤ ਹੋਣਗੇ। ਹਰ ਜੋ ਵਰਗ ਹੈ ਉਸਦੇ ਲੋਕ ਆਪਣੇ ਬਰਾਬਰ ਦੇ ਵਰਗ ਦੇ ਲੋਕਾਂ ਦੇ ਨਾਲ ਹੀ ਸਮਾਜਿਕ ਤੌਰ ਉੱਤੇ ਸੰਬੰਧ ਬਣਾਉਣਗੇ, ਰਿਸ਼ਤੇ ਬਣਾਉਣਗੇ, ਤੇ ਕੋਈ ਵੀ ਆਪਣੇ ਤੋਂ ਨੀਵੇਂ ਵਰਗ ਨਾਲ ਰਿਸ਼ਤਾ ਨਹੀਂ ਬਣਾ ਰਿਹਾ। ਕਿਉਂਕਿ ਜਿਵੇਂ ਵਰਗ ਵਿਵਸਥਾ ਦੇ ਵਿੱਚ ਜੋ ਇੱਕ ਇਕਨੋਮਿਕ ਸਟੇਟਸ, ਇਕਨੋਮਿਕ ਲੈਵਲ ਹੋਏਗਾ, ਆਰਥਿਕ ਜੋ ਰੁਤਬਾ ਹੋਏਗਾ ਇੱਕ ਵਿਅਕਤੀ ਦਾ, ਉਹ ਉਸ ਰੁਤਬੇ ਉੱਤੇ ਰਹਿ ਕੇ ਹੀ ਆਪਣੇ ਸਾਥੀਆਂ ਦੀ ਚੋਣ ਕਰ ਰਿਹਾ ਹੈ, ਜਾਂ ਆਪਣੇ ਰਿਸ਼ਤੇਦਾਰ, ਜਾਂ ਕਹਿ ਸਕਦੇ ਹੋ ਕਿ ਆਪਣੇ ਲੈਵਲ ਦੇ ਬੰਦਿਆਂ ਦੀ, ਆਪਣੇ ਸਮਾਜ ਦੇ ਸੰਬੰਧਾਂ ਦੀ ਚੋਣ ਕਰ ਰਿਹਾ ਹੈ। ਇਸ ਕਰਕੇ ਸੀਮਿਤ ਸਮਾਜਿਕ ਸੰਬੰਧ ਪਾਏ ਜਾਂਦੇ हैं ਕਿ ਇੱਕ ਵਿਅਕਤੀ ਬਰਾਬਰੀ ਦੇ ਵਰਗ ਦੇ ਨਾਲ ਹੀ, ਲੋਕਾਂ ਦੇ ਨਾਲ ਹੀ ਸੰਬੰਧ ਰੱਖਣਾ ਠੀਕ ਸਮਝਦਾ ਹੈ।
ਇਸ ਕਰਕੇ ਜੋ ਸੰਬੰਧ ਸਥਾਪਿਤ ਹੁੰਦੇ ਹੈ, ਜੇ ਉੱਚੇ ਵਰਗ ਦਾ ਵਿਅਕਤੀ ਹੈ ਤਾਂ ਉਹ ਉੱਚੇ ਵਰਗ ਦੇ ਵਿੱਚ ਹੀ ਆਪਣੇ ਸੰਬੰਧ ਸਥਾਪਿਤ ਕਰ ਰਿਹਾ ਹੈ, ਜੇ ਉਹ ਨੀਵੇਂ ਵਰਗ ਦਾ ਹੈ ਤਾਂ ਨੀਵੇਂ ਵਰਗ ਦੇ ਵਿੱਚ ਸਥਾਪਿਤ ਕਰੇਗਾ, ਜਾਂ ਜੇ ਮੱਧ ਵਰਗ ਦਾ ਹੈ ਤਾਂ ਮੱਧ ਵਰਗ ਦੇ ਵਿੱਚ। ਸੋ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹਰ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਇੱਕ ਸਮਾਜ ਦਾ ਮੈਂਬਰ ਜਾਂ ਐਕਟਿਵ ਮੈਂਬਰ, ਇੱਕ ਹਿੱਸਾ ਬਣ ਕੇ ਉਹ ਵੱਖ-ਵੱਖ ਲੋਕਾਂ ਨਾਲ ਸਮਾਜਿਕ ਸੰਬੰਧ ਸਥਾਪਿਤ ਕਰਦਾ ਹੈ, ਲੇਕਿਨ ਉਹ ਵੱਖ-ਵੱਖ ਲੋਕ ਉਸਦੀ ਹੀ ਸ਼੍ਰੇਣੀ ਦੇ ਹੋਣਗੇ, ਉਸਦੇ ਹੀ ਵਰਗ ਦੇ ਹੋਣਗੇ। ਇਸ ਕਰਕੇ ਇਹ ਸਮਾਜ ਵਿੱਚ ਦੇਖਣ ਨੂੰ ਮਿਲਿਆ ਕਿ ਕੋਈ ਵੀ ਵਿਅਕਤੀ, ਨੀਵੇਂ ਵਰਗ ਦਾ ਵਿਅਕਤੀ ਉੱਚੇ ਵਰਗ ਦੇ ਵਿਅਕਤੀ ਨਾਲ ਕੋਈ ਸਮਾਜਿਕ ਤੌਰ ਦੇ ਉੱਤੇ ਸੰਬੰਧ ਸਥਾਪਿਤ ਨਹੀਂ ਕਰਦਾ, ਤੇ ਨਾ ਹੀ ਉੱਚੇ ਵਰਗ ਦਾ ਵਿਅਕਤੀ ਨੀਵੇਂ ਵਰਗ ਦੇ ਨਾਲ। ਇਸ ਦੇ ਨਾਲ ਕੀ ਹੈ, ਇੱਕ ਵਰਗ ਦੇ ਵਿੱਚ ਜੋ ਇੱਕ ਇਕਨੋਮਿਕ ਸਟੇਟਸ ਹੈ ਲੋਕਾਂ ਦਾ, ਉਹ ਸਮਾਨ ਹੋਏਗਾ। ਉਦਾਹਰਨ ਜਾਂ ਜੇ ਐਗਜ਼ਾਮਪਲ ਦੇਵਾਂ ਤੁਹਾਨੂੰ ਤਾਂ ਇਸ ਦੇ ਵਿੱਚ ਇਹ ਕਹਿਣਾ ਬਣਦਾ ਹੈ ਕਿ ਜੇ ਕੋਈ ਵਕੀਲ ਹੈ, ਕੋਈ ਐਡਵੋਕੇਟ ਹੈ, ਕੋਈ ਜੱਜ ਹੈ ਜਾਂ ਡਾਕਟਰ ਹੈ, ਸੋ ਉਹ ਉਸ ਵਿਅਕਤੀ ਦਾ ਸੰਬੰਧ ਉਸਦੇ ਹੀ ਸਟੇਟਸ ਦੇ, ਉਹਦੇ ਹੀ ਸਥਿਤੀ ਦੇ ਨਾਲ ਮਿਲਦੇ ਜੁਲਦੇ ਲੋਕਾਂ ਦੀ ਜੋ ਸਥਿਤੀ ਹੋਏਗੀ ਉਹਨਾਂ ਦੇ ਨਾਲ ਉਹ ਸੰਬੰਧ ਸਥਾਪਿਤ ਕਰਨਗੇ, ਤੇ ਇਹੀ ਇੱਕ ਨਿਯਮ ਹੋ ਜਾਂਦਾ ਹੈ ਸਮਾਜਿਕ ਜੋ ਵਰਗ ਵਿਵਸਥਾ ਹੈ ਸਮਾਜ ਦੇ ਵਿੱਚ ਉਸਦਾ। ਔਰ ਜੋ ਇਹ ਨਿਯਮ ਹੈ, ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਹੀ ਪਵੇ, ਨਹੀਂ, ਇਹ ਚੀਜ਼ਾਂ ਨੂੰ ਇੱਕ ਵਿਅਕਤੀ ਮੰਨ ਵੀ ਨਹੀਂ ਸਕਦਾ। ਕਿਉਂ? ਕਿਉਂਕਿ ਇਹ ਇੱਕ ਖੁੱਲੀ ਵਿਵਸਥਾ ਹੈ। ਇੱਥੇ ਖੁੱਲਾਪਣ ਦੇਖਣ ਨੂੰ ਮਿਲਦਾ ਹੈ, ਜਿਸ ਦੇ ਵਿੱਚ ਕਿਸੇ ਵੀ ਵਿਅਕਤੀ ਕਿਸੇ ਵੀ ਕੀਤੇ ਨੂੰ ਅਪਣਾ ਸਕਦਾ। ਹਾਂ, ਇੱਥੇ ਇਹ ਦੱਸਣਾ ਜ਼ਰੂਰ ਇੰਪੋਰਟੈਂਟ ਹੈ ਕਿ ਜਿਵੇਂ ਜਾਤੀ ਵਿਵਸਥਾ ਦੇ ਵਿੱਚ ਕਿਸੇ ਬੰਦ ਵਿਵਸਥਾ ਸੀ, ਉਹ ਕੋਈ ਵਿਅਕਤੀ ਕਿਸੇ ਦੂਜੇ ਜਾਤ ਵਿੱਚ ਵਿਆਹ ਨਹੀਂ ਕਰਵਾ ਸਕਦਾ, ਕਿਸੇ ਦੂਜੀ ਜਾਤ ਨਾਲ ਸੰਬੰਧ ਨਹੀਂ ਰੱਖ ਸਕਦਾ, ਜਾਂ ਕਿਸੇ ਦੂਜੀ ਜਾਤ ਦੇ ਵਿੱਚ ਦਾ ਉਹ ਕੰਮ ਨਹੀਂ ਅਪਣਾ ਸਕਦਾ। ਪਰ ਜੋ ਵਰਗ ਵਿਵਸਥਾ ਹੈ ਉੱਥੇ ਕੀ ਹੈ, ਖੁੱਲਾਪਣ ਹੈ। ਸੋ ਓਪਨਨੈਸ ਜਾਂ ਖੁੱਲੇਪਨ ਦਾ ਮਤਲਬ ਇਹ ਹੈ ਕਿ ਇੱਕ ਵਿਅਕਤੀ ਆਪਣੀ ਮਰਜ਼ੀ ਨਾਲ ਜਿਸ ਮਰਜ਼ੀ ਵਰਗ ਦੇ ਵਿੱਚ ਵਿਆਹ ਕਰਵਾ ਸਕਦਾ ਹੈ, ਜਿਸ ਮਰਜ਼ੀ ਵਰਗ ਦਾ ਕੀਤਾ ਅਪਣਾ ਸਕਦਾ ਹੈ। ਲੇਕਿਨ ਹਾਂ, ਸੀਮਿਤ ਜੋ ਸਮਾਜਿਕ ਸੰਬੰਧ ਹੋਣਗੇ ਉਹ ਕਿਤੇ ਨਾ ਕਿਤੇ ਇੱਕ ਵਿਅਕਤੀ ਦੇ ਦਿਮਾਗ ਦੇ ਵਿੱਚ ਜਾਂ ਉਸਦੇ ਜ਼ਿੰਦਗੀ ਵਿੱਚ ਰਹਿੰਦੇ ਹੀ ਹੈ ਕਿ ਉਹਨੇ ਆਪਣੇ ਸਮਾਜਿਕ ਤੌਰ ਦੇ ਉੱਤੇ ਸੰਬੰਧ ਦੂਸਰੇ ਲੋਕਾਂ ਨਾਲ ਆਪਣੇ ਹੀ ਖੇਤਰ ਦੇ ਵਿੱਚ, ਆਪਣੇ ਹੀ ਸਥਿਤੀ ਦੇ ਜਾਂ ਰੁਤਬੇ ਵਾਲੇ ਲੋਕਾਂ ਦੇ ਨਾਲ ਬਣਾਉਣੇ ਹੈ। ਇਸ ਕਰਕੇ ਜੋ ਖੁੱਲਾਪਨ ਹੈ ਉਹ ਸਮਾਜ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਜਿਸ ਦੇ ਨਾਲ ਸਮਾਜ ਆਪਣਾ ਅੱਗੇ ਚੱਲ ਰਿਹਾ ਹੈ। ਇੱਥੇ ਸਮਾਜ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਕਿ ਜਿੱਥੇ ਜਾਂ ਜਿਹੜੇ ਸਮਾਜ ਦੇ ਵਿੱਚ ਖੁੱਲਾਪਨ ਹੋਏਗਾ ਉੱਥੇ ਲੋਕਾਂ ਦੇ ਵਿੱਚ ਤਰੱਕੀ ਵੱਧ ਹੋਏਗੀ, ਜਾਂ ਲੋਕਾਂ ਦੀ ਤਰੱਕੀ ਹੋਏਗੀ, ਜਿਸ ਦੇ ਨਾਲ ਸਮਾਜ ਵੀ ਵਾਧਾ ਕਰੇਗਾ। ਇਸ ਕਰਕੇ ਖੁੱਲਾਪਨ ਹੋਣਾ ਇੱਕ ਮੁੱਖ ਵਿਸ਼ੇਸ਼ਤਾ ਹੈ ਵਰਗ ਵਿਵਸਥਾ ਦੀ। ਸੋ ਅੱਗੇ ਚੱਲਾਂਗੇ ਕਿ ਉਪ ਵਰਗਾਂ ਦਾ ਵਿਕਾਸ। ਉਪ ਵਰਗਾਂ ਦਾ ਵਿਕਾਸ, ਜੇ ਉੱਚ ਹੈ, ਮੱਧ ਹੈ ਜਾਂ ਹੇਠਲਾ ਵਰਗ ਹੈ, ਸੋ ਹਰ ਇੱਕ ਵਰਗ ਦਾ ਵਿਕਾਸ ਹੋ ਰਿਹਾ ਹੈ। ਭਾਵੇਂ ਲੋਕ ਵੱਖ-ਵੱਖ ਵਰਗਾਂ ਦੇ ਵਿੱਚ, ਉਪ ਵਰਗਾਂ ਦੇ ਵਿੱਚ ਵੀ ਵੰਡੇ ਹੋਏ ਹੈ। ਇਸ ਦਾ ਮਤਲਬ ਜੇ ਉੱਚੇ ਵਰਗ ਦੀ ਗੱਲ ਕਰਦੇ ਹਾਂ, ਅਪਰ ਕਲਾਸ ਦੀ ਗੱਲ ਕਰਦੇ ਹਾਂ, ਤਾਂ ਕੁਝ ਲੋਕ ਉੱਚੇ ਵਰਗ ਦੇ ਵਿੱਚ ਵੀ ਉਹਨਾਂ ਤੋਂ ਵੀ ਉੱਚੇ ਹੋਣਗੇ। ਜਿਵੇਂ ਡਿਵਾਈਡ ਕੀਤਾ ਗਿਆ ਅਪਰ ਮਿਡਲ ਕਲਾਸ ਜਾਂ ਅਪਰ ਲੋਅਰ ਕਲਾਸ। ਸੋ ਇਸ ਦਾ ਮਤਲਬ ਕਿ ਹਰ ਇੱਕ ਵਰਗ ਨੂੰ ਵੀ ਉਪ ਵਰਗਾਂ ਦੇ ਵਿੱਚ ਵੰਡਿਆ ਹੋਇਆ, ਸੋ ਜਿਸ ਦੇ ਨਾਲ ਵਿਅਕਤੀਆਂ ਦਾ ਵਿਕਾਸ ਹੋ ਰਿਹਾ। ਸੋ ਅੱਗੇ ਕੁਝ ਵਿਸ਼ੇਸ਼ਤਾਵਾਂ ਹੋਰ ਹੈ ਇਸ ਦੀਆਂ। ਸੋ ਜਿਸ ਦੇ ਵਿੱਚ ਕੀ ਹੈ ਕਿ ਵਰਗ ਚੇਤਨਤਾ ਸਮਾਜ ਦੇ ਵਿੱਚ ਪਾਈ ਜਾਂਦੀ ਹੈ। ਵਰਗ ਚੇਤਨਤਾ ਹੋਣਾ ਮਤਲਬ ਹਰ ਇੱਕ ਵਿਅਕਤੀ ਜਿਸ ਵਰਗ ਦਾ ਹਿੱਸਾ ਹੈ ਉਹ ਜਾਣਦਾ ਹੈ ਕਿ ਉਹ ਕਿਸ ਵਰਗ ਦਾ ਮੈਂਬਰ ਹੈ, ਤੇ ਉਸ ਵਰਗ ਦੇ ਅਨੁਸਾਰ ਹੀ ਉਹ ਆਪਣਾ ਕੰਮ ਕਰ ਰਿਹਾ ਹੈ, ਕੀਤਾ ਅਪਣਾ ਰਿਹਾ ਹੈ, ਜਾਂ ਅੱਗੇ ਜਾ ਕੇ ਕੀ ਹੈ ਉਸਨੂੰ ਉਹ ਕੌਨਸ਼ੀਅਸ ਹੈ ਕਿ ਹਾਂ ਜੇ ਉਹ ਮਿਹਨਤ ਕਰੇਗਾ ਤਾਂ ਉਹ ਨੀਵੇਂ ਵਰਗ ਤੋਂ ਉੱਚੇ ਵਰਗ ਜਾਂ ਮੱਧ ਵਰਗ ਤੋਂ ਉੱਚੇ ਵਰਗ ਦਾ ਹਿੱਸਾ ਬਣ ਸਕਦਾ ਹੈ। ਜਾਂ ਉਸ ਵਿਅਕਤੀ ਨੂੰ ਪਤਾ ਹੈ ਕਿ ਜੇ ਉਹ ਮਿਹਨਤ ਨਹੀਂ ਕਰ ਰਿਹਾ, ਜੇ ਕਿਸੇ ਬਿਜ਼ਨਸ ਦੇ ਵਿੱਚ ਲਾਸ ਹੋ ਗਿਆ ਜਾਂ ਕੋਈ ਵੀ ਇੱਦਾਂ ਦੀ ਹਾਨੀ ਉਹਨੂੰ ਦੇਖਣ ਨੂੰ ਮਿਲ ਰਹੀ ਹੈ, ਆਰਥਿਕ ਤੌਰ ਉੱਤੇ ਹਾਨੀ ਦੇਖਣ ਨੂੰ ਮਿਲਦੀ ਹੈ, ਤਾਂ ਉਹ ਆਟੋਮੈਟਿਕਲੀ ਹੀ ਉੱਚੇ ਵਰਗ ਤੋਂ ਮੱਧ ਵਰਗ ਦੇ ਵਿੱਚ ਜਾਂ ਨੀਵੇਂ ਵਰਗ ਦਾ ਹਿੱਸਾ ਬਣ ਜਾਏਗਾ। ਇਸ ਕਰਕੇ ਇਸ ਦੇ ਵਿੱਚ ਕੋਈ ਵੀ ਇੱਦਾਂ ਦੇ ਨਿਯਮ ਨਹੀਂ ਹੁੰਦੇ ਜਿਨ੍ਹਾਂ ਨੂੰ ਸਵੀਕਾਰ ਕਰਨਾ ਪੈਂਦਾ ਹੈ। ਜਿਵੇਂ ਮੈਂ ਹੁਣ ਇਹ ਹਰ ਇੱਕ ਚੀਜ਼ ਦੀ ਇਸ ਕੰਸੈਪਟ ਦੇ ਵਿੱਚ ਕੀ ਹੈ ਜਾਤੀ ਵਿਵਸਥਾ ਦੇ ਨਾਲ ਤੁਲਨਾ ਕਰਕੇ ਜ਼ਰੂਰ ਚੱਲਾਂਗੇ, ਕਿਉਂਕਿ ਇਹ ਤੁਲਨਾ ਦੇ ਨਾਲ ਹੀ ਇਸ ਡਿਫਰੈਂਸ ਦੇ ਨਾਲ ਹੀ ਆਪਾਂ ਨੂੰ ਇਹ ਕੰਸੈਪਟ ਕਲੀਅਰ ਹੋਏਗਾ ਕਿ ਹਾਂ ਕਿ ਵਰਗ ਵਿਵਸਥਾ ਦੇ ਵਿੱਚ ਚੇਤਨਤਾ ਕਿਵੇਂ ਹੈ ਤੇ ਜਾਤੀ ਦੇ ਵਿੱਚ ਕਿਵੇਂ ਨਹੀਂ ਸੀ।
क्योंकि जो वर्ग व्यवस्था है ਉਹ ਕੁਦਰਤ ਦੁਆਰਾ ਨਹੀਂ ਮਿਲੀ ਹੋਈ। ਉਹ ਇਹ ਏਦਾਂ ਦੀ ਚੀਜ਼ ਨਹੀਂ ਹੈ ਕਿ ਇੱਕ ਵਿਅਕਤੀ ਨੇ ਜਨਮ ਲੈਂਦੇ ਸਾਰ ਇਸ ਚੀਜ਼ ਨੂੰ ਅਸੈਪਟ ਕੀਤਾ। ਭਾਵੇਂ ਇੱਕ ਬੱਚਾ ਜਨਮ ਸਮੇਂ ਉੱਚ ਵਰਗ ਨੂੰ ਬਿਲੋਂਗ ਕਰਦਾ ਸੀ, ਬਟ ਜਿਵੇਂ ਹੀ ਉਹ ਅੱਗੇ ਅੱਗੇ ਵਧਿਆ, ਕੋਈ ਰੀਜ਼ਨ ਕਰਕੇ, ਕੋਈ ਡਾਊਨਫਾਲ ਹੋਣ ਕਰਕੇ ਜਾਂ ਕੋਈ ਆਰਥਿਕ ਸੰਕਟ ਹੋਣ ਕਰਕੇ ਉਹ ਉੱਚ ਵਰਗ ਤੋਂ, ਉੱਚ ਸ਼੍ਰੇਣੀ ਤੋਂ ਨੀਚੇ ਸ਼੍ਰੇਣੀ ਦੇ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਸੋ ਇਸ ਦੇ ਵਿੱਚ ਕੋਈ ਏਦਾਂ ਦੇ ਨਿਯਮ ਨਹੀਂ ਹੋਣਗੇ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਜਿੰਨੇ ਵੀ ਵਿਅਕਤੀ ਹੈ ਸਮਾਜ ਦੇ ਵਿੱਚ ਉਹ ਵੱਖੋ ਵੱਖਰੇ ਵਰਗਾਂ ਦੇ ਵਿੱਚ ਸ਼ਾਮਿਲ ਹੁੰਦੇ ਹਨ, ਕਿਉਂਕਿ ਵਰਗ ਵਿੱਚ ਵਿਅਕਤੀਆਂ ਨੂੰ ਕੁਝ ਵਿਸ਼ੇਸ਼ ਸ਼ਕਤੀ, ਕੁਝ ਵਿਸ਼ੇਸ਼ ਅਧਿਕਾਰ ਅਤੇ ਜ਼ਿੰਮੇਵਾਰੀਆਂ ਵੀ ਮਿਲੀਆਂ ਹੋਈਆਂ ਹੁੰਦੀਆਂ ਹਨ। ਕਿਉਂਕਿ ਹਰ ਇੱਕ ਵਿਅਕਤੀ ਆਪਣੀ ਸ਼ਕਤੀ, ਜਿਹਨੂੰ ਪਾਵਰ ਕਿਹਾ ਜਾਂਦਾ ਹੈ, ਆਪਣੀ ਪਾਵਰ, ਆਪਣੇ ਅਧਿਕਾਰ, ਉਹਦੇ ਜੋ ਰਿਸਪੌਂਸਿਬਿਲਿਟੀਜ਼ ਹੈ, ਜ਼ਿੰਮੇਵਾਰੀਆਂ ਹੈ, ਉਹਨਾਂ ਦੇ ਅਨੁਸਾਰ ਆਪਣੇ ਵਰਗ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹੈ, ਜਾਂ ਫਿਰ ਉਹ ਉਸੇ ਵਰਗ ਨੂੰ ਚੂਜ਼ ਕਰਦਾ ਹੈ ਜਿਸ ਦੇ ਉਹ ਲਾਇਕ ਹੁੰਦੇ ਆ, ਜੋ ਉਸਦੀ ਆਰਥਿਕ ਸਥਿਤੀ ਹੁੰਦੀ ਹੈ। ਲੜੀਵਾਰ ਕ੍ਰਮ, ਜੋ ਇੱਕ ਵਰਗ ਵਿਵਸਥਾ ਹੈ, ਉਹ ਇੱਕ ਲੜੀ ਦੇ ਵਾਂਗ ਚੱਲੀ ਹੋਈ ਹੈ, ਜਾਂ ਕਹਿ ਸਕਦੇ हैं कि ਇੱਕ ਹਾਇਰਾਰਕੀਕਲ ਆਰਡਰ ਹੈ ਜਾਂ ਇੱਕ ਉਤਾਰ ਚੜਾਵ ਦਾ ਕ੍ਰਮ ਹੈ। ਕਿਉਂਕਿ ਇਹ ਜੋ ਹਾਇਰਾਰਕੀ ਹੈ, ਜੋ ਦਰਜਾਬੰਦੀ ਹੈ, ਇਹ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਜਿਸ ਦੇ ਵਿੱਚ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਵਰਗ ਦਾ ਹਿੱਸਾ ਬਣ ਸਕਦਾ ਹੈ। ਸਮਾਜ ਦੇ ਵਿੱਚ ਵੱਖ-ਵੱਖ ਲੋਕਾਂ ਨੂੰ ਉਹਨਾਂ ਦੇ ਆਰਥਿਕ ਤੌਰ ਤੇ ਜਾਂ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਦਰਜਾਬੰਦੀ ਵਿੱਚ ਵੱਖ-ਵੱਖ ਸਥਿਤੀ ਦੇ ਉੱਤੇ ਰੱਖਿਆ ਗਿਆ। ਜੋ ਦਰਜਾਬੰਦੀ ਹੈ ਉਹ ਇੱਕ ਪੌੜੀ ਦੇ ਵਾਂਗ ਹੈ। ਇੱਕ ਪੌੜੀ ਮਤਲਬ ਇੱਕ ਲੈਡਰ ਦੇ ਵਾਂਗ ਹੈ ਕਿ ਜੇ ਕੋਈ ਫਸਟ ਹੈ ਤਾਂ ਉਹਨੂੰ ਉੱਪਰ ਰੱਖਿਆ ਜਾਏਗਾ, ਜੇ ਕੋਈ ਸੈਕਿੰਡ ਹੈ ਤਾਂ ਉਹਨੂੰ ਸੈਕਿੰਡ ਲੈਵਲ ਤੇ, ਥਰਡ ਹੈ ਤਾਂ ਥਰਡ ਲੈਵਲ ਤੇ, ਜਾਂ ਫੋਰਥ ਹੈ ਤਾਂ ਉਸਨੂੰ ਫੋਰਥ ਲੈਵਲ ਤੇ ਰੱਖਿਆ ਜਾਏਗਾ। ਸੋ ਇਸ ਦਾ ਮਤਲਬ ਕਿ ਜੋ ਉਤਾਰ ਚੜਾਵ ਦਾ ਕ੍ਰਮ ਹੈ ਇਹ ਸਮਾਜ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਸਮਾਜ ਦੇ ਵਿੱਚ ਜੋ ਵਰਗ ਵਿਵਸਥਾ ਹੈ ਉਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਇੱਕ ਸੀਕੁਐਂਸ ਦੇ ਵਿੱਚ, ਇੱਕ ਆਰਡਰ ਦੇ ਵਿੱਚ ਵਿਅਕਤੀਆਂ ਨੂੰ ਰੱਖਿਆ ਗਿਆ ਹੈ, ਉਹਨਾਂ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਤੇ ਸਮਾਜਿਕ ਤੌਰ ਦੇ ਉੱਤੇ ਉਹਨਾਂ ਦੇ ਲਿਵਿੰਗ ਸਟੈਂਡਰਡ ਜਾਂ ਵੇ ਆਫ ਲਿਵਿੰਗ ਨੂੰ ਦੇਖਦੇ ਹੋਏ ਵੱਖ-ਵੱਖ ਕ੍ਰਮ ਦੇ ਵਿੱਚ, ਇੱਕ ਸੀਕੁਐਂਸ ਦੇ ਵਿੱਚ ਵਿਅਕਤੀਆਂ ਨੂੰ ਰੱਖਿਆ ਗਿਆ ਹੈ, ਔਰ ਜਿਸ ਨੂੰ ਵਰਗ ਵਿਵਸਥਾ ਦਾ ਨਾਮ ਦਿੱਤਾ ਗਿਆ ਹੈ। ਵਰਗ ਵਿਵਸਥਾ ਦੇ ਵਿੱਚ ਆਪਸੀ ਨਿਰਭਰਤਾ ਪਾਈ ਜਾਂਦੀ ਹੈ। ਨੋ ਡਾਊਟ ਕਿ ਹਰ ਇੱਕ ਵਿਅਕਤੀ, ਜੇ ਕੋਈ ਉੱਚੇ ਵਰਗ ਨੂੰ ਬਿਲੋਂਗ ਕਰਦਾ ਹੈ ਤਾਂ ਉਸਦੇ ਸੰਬੰਧ ਕਿਤੇ ਨਾ ਕਿਤੇ ਨੀਵੇਂ ਵਰਗ ਨਾਲ ਵੀ ਹੋਣਗੇ, ਜਾਂ ਉਸਦੇ ਸੰਬੰਧ ਮੱਧ ਵਰਗ ਦੇ ਨਾਲ ਵੀ ਹੋਣਗੇ। ਉਦਾਹਰਨ ਦੇ ਤੌਰ ਤੇ ਇੱਕ ਫੈਕਟਰੀ ਦਾ ਓਨਰ, ਇੱਕ ਕੰਪਨੀ ਦਾ ਮਾਲਕ ਕਹਿ ਸਕਦੇ ਹੋ। ਸੋ ਉਸ ਕੰਪਨੀ ਜਾਂ ਉਸ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਵਰਕਰਸ ਜਾਂ ਕੋਈ ਪੀਅਨਸ ਜਾਂ ਸਵੀਪਰਸ, ਉਹ ਸਾਰੇ ਮੱਧ ਵਰਗ ਜਾਂ ਨੀਵੇਂ ਵਰਗ ਦੇ ਵਿੱਚ ਹੋਣਗੇ, ਜਾਂ ਉਸ ਵਰਗ ਦੇ ਨਾਲ ਉਹ ਮੇਲ ਰੱਖਣਗੇ। ਸੋ ਇਸ ਦਾ ਮਤਲਬ ਕਿ ਜਦ ਤੱਕ ਉਹ ਵਿਅਕਤੀ ਉੱਚੇ ਵਰਗ ਦੇ ਵਿੱਚ ਰਹਿ ਕੇ, ਜਦ ਤੱਕ ਉਹ ਦੂਸਰੇ ਵਰਗਾਂ ਦੇ ਨਾਲ ਮਿਲ ਕੇ ਆਪਣੇ ਏਮਸ, ਆਬਜੈਕਟਿਵਸ ਨੂੰ, ਆਪਣੇ ਉਦੇਸ਼ਾਂ ਨੂੰ ਪੂਰਾ ਨਹੀਂ ਕਰਦਾ, ਤਦ ਤੱਕ ਕੀ ਹੈ, ਉਹ ਕਿਸੇ ਵੀ ਨਤੀਜੇ ਤੱਕ ਨਹੀਂ ਪਹੁੰਚ ਸਕਦਾ। ਸੋ ਇਸ ਕਰਕੇ ਆਪਸੀ ਨਿਰਭਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਨੂੰ ਮਿਊਚੁਅਲ ਡਿਪੈਂਡੈਂਸੀ ਦਾ ਨਾਮ ਦਿੱਤਾ ਗਿਆ, ਕਿ ਉੱਚੇ ਵਰਗ ਨੂੰ ਆਪਣੀ ਸਥਿਤੀ ਬਣਾਏ ਰੱਖਣ ਦੇ ਲਈ ਮੱਧ ਵਰਗ ਦੀ ਵੀ ਜ਼ਰੂਰਤ ਪਏਗੀ ਤੇ ਨੀਵੇਂ ਵਰਗ ਦੀ ਵੀ ਜ਼ਰੂਰਤ ਪੈਂਦੀ ਹੈ। ਸੋ ਹਰ ਇੱਕ ਵਰਗ ਦੇ ਵਿੱਚ ਰਹਿ ਕੇ, ਉਹ ਉੱਚੇ ਵਰਗ ਦੇ ਵਿੱਚ ਰਹਿ ਕੇ ਹਰ ਇੱਕ ਵਰਗ ਦੇ ਨਾਲ ਆਪਣੇ ਸੰਬੰਧ ਸਥਾਪਿਤ ਕਰਦਾ, ਤੇ ਇਹ ਵਰਗ ਦੀ ਵੀ ਨੀਵੇਂ ਉੱਚੇ ਵਰਗ ਦੀ ਵੀ ਉਨੀ ਹੀ ਜ਼ਰੂਰਤ ਹੈ ਜਿੰਨਾ ਮੱਧ ਜਾਂ ਨੀਵੇਂ ਵਰਗ ਦੀ ਜ਼ਰੂਰਤ ਹੈ। ਸੋ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇੱਕ ਲੜੀ ਦੇ ਵਾਂਗ ਚੱਲਦੀਆਂ ਰਹਿੰਦੀਆਂ। ਸੋ ਅੱਗੇ ਚੱਲਾਂਗੇ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਵੱਲ। ਸੋ ਵਿਸ਼ੇਸ਼ਤਾ ਹੋਰ ਕੀ ਹੈ ਕਿ ਵਰਗ ਇੱਕ ਖੁੱਲੀ ਪ੍ਰਣਾਲੀ ਹੈ। ਇਹ ਕੰਸੈਪਟ ਮੈਂ ਪਹਿਲਾਂ ਵੀ ਕਲੀਅਰ ਕੀਤਾ ਹੈ। ਖੁੱਲੀ ਪ੍ਰਣਾਲੀ ਇਸ ਲਈ ਹੈ ਕਿਉਂਕਿ ਇੱਥੇ ਕੀ ਹੈ, ਖੁੱਲਾਪਣ ਹੈ। ਹਰ ਇੱਕ ਵਿਅਕਤੀ ਆਪਣੀ ਕਾਬਲੀਅਤ ਦੇ ਅਨੁਸਾਰ, ਆਪਣੀ ਸਿਖਲਾਈ ਦੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਦਾ ਹਿੱਸਾ ਬਣਦਾ ਹੈ, ਭਾਵੇਂ ਉਹ ਉੱਚ ਹੈ, ਮੱਧ ਹੈ ਜਾਂ ਉਹ ਨੀਵੀਂ ਸ਼੍ਰੇਣੀ ਹੈ। ਕਿਉਂਕਿ ਵਿਅਕਤੀ ਦੀ ਜੋ ਸਥਿਤੀ ਹੈ ਉਸਦੇ ਵਿੱਚ ਵੀ ਗਤੀਸ਼ੀਲਤਾ ਆਉਂਦੀ ਰਹਿੰਦੀ ਹੈ, ਔਰ ਹਰ ਇੱਕ ਖੁੱਲੀ ਪ੍ਰਣਾਲੀ ਜਾਂ
खुला सिस्टम ओपन सिस्टम होने का मतलब है कि इस विच व्यक्ति नूं ये नहीं देखा जाता, वो व्यक्ति नहीं देखता कि जो उच्चे वर्ग दे विच है तो उसने काम भी उस ढंग का ही करना है या उसने दूजे व्यक्तियों नाल समाजिक तौर पर संबंध नहीं बनाने। सो ये सारिया चीज़ों का इत्थे होना बिल्कुल ही असमर्थ है, बिल्कुल नैगेटिव कंसैप्ट है, क्योंकि जो खुलापन है, जो ओपन सिस्टम है, उस दे विच किसी भी तरीके की कोई समाजिक तौर उत्ते पाबंदी नहीं लगाई जाती। व्यक्तियों दे जीवन उत्ते कोई पाबंदी नहीं लगाई जाती। कोई उच्च वर्ग का व्यक्ति नीवें वर्ग के नाल संबंध स्थापित कर सकता है, नीवें वाला मत नाल स्थापित कर सकता है, या फिर कोई भी व्यक्ति किसी भी ढंग का कीता या काम ऑक्यूपेशन अडॉप्ट कर सकता है। लेकिन जे इनू जाति अवस्था दे विच देखा जाए तो उत्थे कई तरह दी पाबंदियां होणगियां, लेकिन इत्थे हाँ ये कोशिश जरूर की जाती है कि वो व्यक्ति अपने ही वर्ग के लोगों नाल व्यक्तियों नाल संबंध बना के रखे। फिर भी खुली प्रणाली होने का एक अर्थ यह है कि हर एक व्यक्ति दे उत्ते किसी भी तरह दियां कोई भी रिस्ट्रिक्शंस कोई भी पाबंदियां नहीं होंदियां। एक व्यक्ति अपनी मर्जी नाल कोई भी वर्ग चूज कर सकता है। मतलब एग्जाम्पल लो कि जे एक व्यक्ति पैदाइश ਉਹਦੀ ਇੱਕ ਨੀਵੇਂ वर्ग ਦੇ ਵਿੱਚ ਹੋਈ ਹੈ, ਉਸਦਾ परिवार ਦੀ आर्थिक स्थिति बहुत नीवी है, तो जरूरी नहीं है कि सारी उम्र वो एक नीਵੇਂ वर्ग ਦੇ ਵਿੱਚ ही रहेगा या वो हमेशा गरीब ही रहेगा। नहीं, ये चीज़ां नहीं होंगियां। ਇਹਦਾ मतलब कि व्यक्ति अपनी मेहनत नाल अपने काम दे नाल अपने उद्देश्यां ਨੂੰ पूरा ਕਰਨ ਦੇ ਲਈ ਕੀ है ਵੱਖ-ਵੱਖ वर्गां ਦਾ हिस्सा बन सकता है। मतलब वो नीਵੇਂ वर्ग तो ਉੱਚੇ वर्ग ਦੇ ਵਿੱਚ भी शामिल हो सकता है या नीवें तो मध्य वर्ग दे विच शामिल हो सकता है। सो अगे चलांगे वर्ग की पछाण जो या हालात कह सकते हो, सिचुएशन ऑफ क्लास। हर एक वर्ग के हालातों में कुछ समानता होंदी है अते ये समानता करके हरेक वर्ग दे हरेक व्यक्ति नूं उन्नति करन दे पूरे मौके दिते जाते हैं। ये जरूरी नहीं है कि उच्च वर्ग नूं ही मौके दिते जाएंगे। जो फैसिलिटीज़ हैं, जो मौके हैं, जो अपॉर्चुनिटीज़ हैं, वो हर एक वर्ग नूं दित्तियां जाणगियां। भावें व्यक्ति अपर क्लास नूं बिलोंग करता है, मिडल नूं करता है या लोअर नूं करता है। सो उन्नति करन दे पूरे समान मौके प्राप्त की हुंदे हन हर एक वर्ग नूं। और व्यक्ति की सिक्ख्या, उसके रहन का स्थान अते होर चीज़ां, ये सारियां चीज़ां वर्ग की स्थिति के अनुसार हुंदियां हन कि एक व्यक्ति कित्थे रह रहा है, उसके कोल किहड़ी चीज़ है, आर्थिक तौर उत्ते वो कितना स्ट्रोंग है, बैंक बैलेंस कितना है, वो कितना पढ़िया लिखिया या अनपढ़ है। ये सारियां चीज़ां एक व्यक्ति दे वर्ग नूं दर्शाउण लई जरूरी हो जांदियां हन। क्योंकि जो ਇਹ ਕੀ है ਇਹਨੂੰ एक खुला सत्रीकरण भी कहा जाता है। एक व्यक्ति नूं पूरी फुल अपॉर्चुनिटीज़ मिलणगियां, खुले उसनूं लैवल दे उत्ते रखा जाएगा कि वह कोई भी वर्ग दे विच शामिल हो सकता है। अते व्यक्ति अपना वर्ग अपनी जो वर्ग स्थिति है उसनूं आप निर्धारित करता है। कुदरत द्वारा जन्म द्वारा उसनूं ये चीज़ां नहीं दित्तियां जांदियां, बल्कि वो अपनी वर्ग स्थिति अपना किस स्थिति के उत्ते रहना है ये आप चूज करता है। इसका मतलब मेहनत करके वो किसी भी वर्ग का हिस्सा बन सकता है। ये चीज़ां जन्म उत्ते आधारित नहीं होंदियां। हुण इत्थे मैं एक होर परिभाषा कुछ सोशियोलॉजिस्ट हैं उन्होंने परिभाषा दी है जिस दे नाल वर्ग व्यवस्था बारे, सो जिस दे नाल बहुत ही चंगे ढंग दे नाल परिभाषित किया जाएगा, ये दस्सिया जाएगा कि वर्ग व्यवस्था की है। सब तो पहला तो मॉरिस गिन्सबर्ग है, उस उन्होंने की कहा कि वर्ग व्यक्तियों का एक अजिहा समूह है जिन्हां दे, क्योंकि एक जो वर्ग है वो वर्ग दे विच उही लोग शामिल होणगे जिन्हां दा एक साझा खेतर होगा, साझा जीवन पद्धर होएगा, उन्हां दे साझा काम होगा किते ना किते, ते उन्हां दी सोच भी एक समान होएगी। सो इसका मतलब व्यवहार करने का ढंग, सोच, रहन का जिंदगी जीण का नज़रिया या रहन का स्थान, ये सारिया चीज़ों तो बहुत ही कुछ मतलब पता लगता है कि वो व्यक्ति एक वर्ग के नाल संबंधित है। सो वर्ग जिवें मॉरिस गिन्सबर्ग ने की कहा कि वर्ग व्यक्तियों का अजिहा समूह है, एक वो समूह है जिहड़ा जिस दे विच लोकां दा या वो वर्ग दे लोकां दे सांझे कीते हुंदे हैं, संपत्ति भी किते ना किते सांझी होएगी, सिक्ख्या दे द्वारा इक्को जिहा जीवन ढंग होएगा, जीवन शैली उन्हां दी इक्को जही होएगी, सेम हो सकती है, कॉमन हो सकती है, इक्को जहे विचारां दा स्टॉक होएगा, उन्हां दे विचार, उन्हां दी थिंकिंग, उन्हां दा व्यवहार बिहेवियर इक्को जहे जा हो सकता है।
ਉਹਨਾਂ ਦੀਆਂ ਭਾਵਨਾਵਾਂ ਇੱਕੋ ਜਿਹੀਆਂ ਹੋਣਗੀਆਂ, ਰਵੱਈਏ, ਜ਼ਿੰਦਗੀ ਜੀਣ ਦਾ ਤਰੀਕਾ, ਉਹਨਾਂ ਦਾ ਰਵੱਈਆ ਵੀ ਇੱਕੋ ਢੰਗ ਦਾ ਹੋਏਗਾ ਅਤੇ ਵਿਵਹਾਰ ਦਾ ਇੱਕੋ ਵਿਵਹਾਰ ਦਾ ਰੂਪ ਰੱਖਦੇ ਹੋਣ ਅਤੇ ਆਪਣੇ ਆਪ ਨੂੰ ਇੱਕ ਸਮੂਹ ਦਾ ਮੈਂਬਰ ਸਮਝਦੇ ਹੋ। ਉਦਾਹਰਨ ਦੇ ਤੌਰ ਤੇ ਕਿ ਜੇ ਇੱਕ ਉੱਚ ਵਰਗ ਦੀ ਗੱਲ ਕਰਦੇ ਹਾਂ ਤਾਂ ਉਹ ਸਾਰੇ ਲੋਕ ਉੱਚ ਵਰਗ ਦੇ ਵਿੱਚ ਸ਼ਾਮਿਲ ਹੋਣਗੇ ਜਿਨ੍ਹਾਂ ਦਾ ਸੋਚਣ ਦਾ ਨਜ਼ਰੀਆ ਇੱਕ ਹੋਏਗਾ, ਆਰਥਿਕ ਸਥਿਤੀ ਇੱਕ ਸਮਾਨ ਹੋਏਗੀ, ਵਿਵਹਾਰ ਇੱਕ ਢੰਗ ਦਾ ਹੋਏਗਾ, ਕਿਤੇ ਨਾ ਕਿਤੇ ਸਾਂਝਾ ਕੀਤਾ ਹੋਊਗਾ, ਜੋ ਆਕੂਪੇਸ਼ਨ ਹੈ ਉਹ ਵੀ ਕਾਮਨ ਹੋਏਗੀ। ਕਾਮਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਹੀ ਲੋਕ ਬੈਂਕ EMPLOYEES, ਬੈਂਕ ਦੇ ਮੈਨੇਜਰ ਹੋਣਗੇ ਜਾਂ ਫਿਰ ਸਾਰੇ ਹੀ ਵਕੀਲ ਹੋਣਗੇ ਜਾਂ ਸਾਰੇ ਡਾਕਟਰ ਹੋਣਗੇ। ਇਸ ਦਾ ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਦਾ ਜੋ ਪ੍ਰੋਫੈਸ਼ਨ ਹੈ ਉਸਦਾ ਲੈਵਲ, ਉਸਦਾ ਜੋ ਇੱਕ ਲੈਵਲ ਹੈ ਉਹ ਇੱਕ ਬਰਾਬਰ ਹੋਏਗਾ। ਸੋ ਇਸ ਤੋਂ ਇਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਂਝਾ ਕੀਤਾ ਹੋਣਾ, ਸੰਪत्ति ਕਿਤੇ ਨਾ ਕਿਤੇ ਸਾਂਝੀ ਹੋਣੀ, ਇੱਕ ਜੋ ਸਿੱਖਿਆ ਹੈ ਉਸਦਾ ਲੈਵਲ ਵੀ, ਉਸਦਾ ਪੱਧਰ ਵੀ ਸਮਾਨ ਹੋਣਾ, ਵਿਚਾਰਾਂ ਦਾ ਸਟਾਕ ਵੀ ਸੇਮ ਹੋਣਾ, ਭਾਵਨਾਵਾਂ ਸੇਮ ਹੋਣਗੀਆਂ, ਰਵੱਈਏ ਸੇਮ ਹੋਣਗੇ, ਜ਼ਿੰਦਗੀ ਜੀਣ ਦਾ ਤਜਰਬਾ ਸੇਮ ਹੋਏਗਾ। ਤਜਰਬਾ ਇਨ ਦਾ ਸੈਂਸ ਕਿ ਜ਼ਿੰਦਗੀ ਜੀਣ ਦਾ ਜੋ ਇੱਕ ਲੈਵਲ ਹੈ ਉਹ ਵੀ ਸੇਮ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਉਸ ਵਰਗ ਦਾ ਹਿੱਸਾ ਬਣ ਗਿਆ ਹੈ। ਜਿਵੇਂ ਇੱਕ ਬਹੁਤ ਹੀ ਵਧੀਆ परिभाषा है मैक्स वेबर, एक सोशियोलॉजिस्ट हैं, समाज विज्ञानी है मैक्स वेबर। सो उन्होंने की वर्ग बारे की ਦਿੱਤੀ ਹੈ ਵਿਸ਼ੇਸ਼ਤਾ ਜਾਂ ਉਹਨਾਂ ਨੇ ਕੀ ਕਿਹਾ ਵਰਗ ਬਾਰੇ ਕਿ ਵਰਗ ਉਹਨਾਂ ਵਿਅਕਤੀਆਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਨੂੰ ਵਸਤਾਂ ਪ੍ਰਾਪਤ ਕਰਨ ਦੇ ਇੱਕੋ ਜਿਹੇ ਮੌਕੇ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਜੀਵਨ ਪੱਧਰ ਵੀ ਉਹਨਾਂ ਦਾ ਬਰਾਬਰ ਹੀ ਹੋਏਗਾ। ਸੋ ਇੱਥੇ ਜੀਵਨ ਪੱਧਰ ਬਰਾਬਰ ਹੋਣ ਦਾ ਅਰਥ ਇਹ ਹੈ ਕਿ ਉਹਨਾਂ ਦੀ ਜ਼ਿੰਦਗੀ ਜੀਣ ਦਾ ਇੱਕੋ ਜਿਹਾ ਢੰਗ ਹੋਏਗਾ, ਉਹ ਜ਼ਿੰਦਗੀ ਦੇ ਵਿੱਚ ਇੱਕੋ ਜਿਹੇ ਦੇ ਕੰਮ ਦੇ ਵਿੱਚ ਵੀ ਇਨਵੋਲਵ ਹੋ ਸਕਦੇ ਹੈ। ਆਰਥਿਕ ਤੌਰ ਉੱਤੇ ਉਹਨਾਂ ਦੇ ਹੱਥ ਵਿੱਚ ਉਨੀ ਹੀ ਪ੍ਰਾਪਰਟੀ ਜਾਂ ਪੈਸਾ, ਜਾਇਦਾਦ ਜਾਂ ਉਹਨਾਂ ਨੂੰ ਜੋ ਆਰਥਿਕ ਸਹੂਲਤਾਂ ਮਿਲੀਆਂ ਹੋਈਆਂ ਉਹ ਵੀ ਇੱਕੋ ਜਿਹੇ ਜਿਹੀਆਂ ਹੋਣਗੀਆਂ। ਹੁਣ ਉਦਾਹਰਨ ਦੇ ਤੌਰ ਤੇ ਦੇਖੀਏ ਕਿ ਜੇ ਇੱਕ ਵਿਅਕਤੀ ਸ਼ਹਿਰ ਦੇ ਵਿੱਚ ਰਹਿ ਰਿਹਾ ਹੈ ਤੇ ਉਸ ਤੋਂ ਉਲਟ ਇੱਕ ਵਿਅਕਤੀ ਜੰਗਲ ਦੇ ਵਿੱਚ ਰਹਿ ਰਿਹਾ ਹੈ, ਸੋ ਸ਼ਹਿਰ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਓਪਰਚੁਨਿਟੀਜ਼ ਜ਼ਿਆਦਾ ਮਿਲਣਗੀਆਂ, ਉਸਨੂੰ ਕੀ ਹੈ ਮੌਕੇ ਜ਼ਿਆਦਾ ਪ੍ਰਾਪਤ ਹੋਣਗੇ। ਕਿਉਂ? ਕਿਉਂਕਿ ਡਿਵੈਲਪਮੈਂਟ ਹੈ ਉੱਥੇ, ਹਰ ਇੱਕ ਚੀਜ਼ ਡੋਰ ਸਟੈਪ ਤੇ ਅਵੇਲੇਬਲ ਹੈ। ਜਾਂ ਜੇ ਉਸ ਤੋਂ ਉਲਟ ਦੇਖੀਏ ਜੋ ਇੱਕ ਜੰਗਲ ਦੇ ਵਿੱਚ ਕੋਈ ਇੱਕ ਆਦੀਵਾਸੀ ਸਮਾਜ ਦੇ ਵਿੱਚ ਵਿਅਕਤੀ ਰਹਿ ਰਿਹਾ ਹੈ, ਆਦਿ ਮਾਨਵ ਹੈ ਜਾਂ ਆਦੀਵਾਸੀ ਕਬੀਲੇ ਦਾ ਇੱਕ ਵਿਅਕਤੀ ਹੈ, ਜਦ ਕੋਈ ਫੈਸਿਲਿਟੀਜ਼ ਹੀ, ਕੋਈ ਪ੍ਰਾਪਤੀਆਂ ਹੀ ਨਹੀਂ ਹੋਣਗੀਆਂ, ਉਸ ਤੋਂ ਮੌਕੇ ਹੀ ਪ੍ਰਾਪਤ ਨਹੀਂ ਹੋਣਗੇ ਤਾਂ ਉਸਦਾ ਵਿਕਾਸ ਵੀ ਉੱਥੇ ਘੱਟ ਹੋਏਗਾ। ਇਸ ਕਰਕੇ ਇਹ ਕਹਿ ਸਕਦੇ ਹਾਂ ਕਿ ਜੋ ਸਿਟੀ ਹੈ, ਜੋ ਅਰਬਨ ਏਰੀਆ ਹੈ, ਜੋ ਸ਼ਹਿਰੀ ਸਮਾਜ ਹੈ, ਉੱਥੇ ਵਿਕਾਸ ਵੱਧ ਹੋ ਰਿਹਾ ਹੈ, ਵਿਕਾਸ ਦੇ ਮੌਕੇ ਵੱਧ ਮਿਲਦੇ ਹੈ। ਇਸ ਕਰਕੇ ਵਿਅਕਤੀ ਵੱਧ ਤੋਂ ਵੱਧ ਉੱਚੇ ਵਰਗ ਦਾ ਹਿੱਸਾ ਹੁੰਦਾ ਹੈ। ਔਰ ਸਿਰਫ ਉੱਚੇ ਵਰਗ ਦੇ ਜਾਂ ਸ਼ਹਿਰ ਦੇ ਵਿੱਚ ਹੀ ਨਹੀਂ ਬਲਕਿ ਵਰਗ ਦੇ ਹਰੇਕ ਵਿਅਕਤੀ ਨੂੰ ਉੱਨਤੀ ਕਰਨ ਦੇ ਸਮਾਨ ਮੌਕੇ ਪ੍ਰਾਪਤ ਹੁੰਦੇ ਹਨ। ਹੁਣ ਇੱਕ ਵਿਅਕਤੀ ਦੇ ਹੱਥ ਵਿੱਚ ਹੁੰਦਾ ਕਿ ਉਸਨੇ ਉਸ ਮੌਕੇ ਦਾ ਫਾਇਦਾ ਚੁੱਕ ਕੇ ਸਹੀ ਦਿਸ਼ਾ ਦੇ ਵਿੱਚ ਆਪਣੀ ਤਰੱਕੀ ਕਰਨੀ ਹੈ, ਅੱਗੇ ਵਧਣਾ ਹੈ ਜਾਂ ਫਿਰ ਉਸ ਨੀਵੇਂ ਵਰਗ ਦਾ ਹੀ ਹਿੱਸਾ ਬਣ ਕੇ ਰਹਿਣਾ ਹੈ। ਕਿਉਂਕਿ ਵਿਅਕਤੀ ਦੀ ਸਿੱਖਿਆ, ਉਹਦੀ ਐਜੂਕੇਸ਼ਨ, ਉਸਦੇ ਰਹਿਣ ਦਾ ਸਥਾਨ, ਕਿੱਥੇ ਉਹ ਰਹਿ ਰਿਹਾ ਹੈ, ਜਿਸਨੂੰ ਪਲੇਸ ਆਫ ਲਿਵਿੰਗ ਕਹਾਂਗੇ, ਅਤੇ ਹੋਰ ਚੀਜ਼ਾਂ ਕਿ ਕਿਸ ਤਰ੍ਹਾਂ ਦਾ ਘਰ ਹੈ ਉਸਦਾ, ਕਿਸ ਤਰ੍ਹਾਂ ਦਾ ਖਾਣਾ ਖਾ ਰਿਹਾ ਹੈ, ਕਿਸ ਤਰ੍ਹਾਂ ਦੇ ਲੋਕਾਂ ਨਾਲ ਉਹਦਾ ਉੱਠਣਾ ਬੈਠਣਾ ਹੈ, ਉਹ ਕਿੰਨੇ ਮਹਾਨ ਲੋਕਾਂ ਨੂੰ ਜਾਣਦਾ ਹੈ, ਮਹਾਨ ਇਨ ਦਾ ਸੈਂਸ ਕਿ ਕਿੰਨੇ ਲੋਕਾਂ ਤੱਕ ਉਹਦੀ ਪਹਿਚਾਣ ਹੈ। ਸੋ ਇਹ ਸਾਰੀਆਂ ਚੀਜ਼ਾਂ ਹੀ ਵਰਗ ਦੀ ਸਥਿਤੀ ਅਨੁਸਾਰ ਹੁੰਦੀਆਂ ਹਨ। ਜੇ ਇੱਕ ਨੀਵੇਂ ਵਰਗ ਦਾ ਵਿਅਕਤੀ ਹੋਏਗਾ ਤਾਂ ਉਹਦੀ ਜਾਣ ਪਛਾਣ ਵੀ ਉਸੇ ਵਰਗ ਦੇ ਲੋਕਾਂ ਨਾਲ ਹੋਏਗੀ, ਨਾ ਕਿ ਕਿਸੇ ਹਾਇਰ ਲੈਵਲ ਦੇ ਵਿਅਕਤੀ ਨਾਲ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਵਰਗ ਵਿਵਸਥਾ ਦਾ ਹਿੱਸਾ ਹਨ, ਜਿਸ ਦੇ ਨਾਲ ਇੱਕ ਵਿਅਕਤੀ ਸਮਾਜ ਦੇ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ। ਸੋ ਇਸ ਤੋਂ ਬਾਅਦ ਅੱਗੇ ਦੇਖਾਂਗੇ ਕਿ ਵਰਗ ਦਾ ਕੀ ਆਧਾਰ ਹੈ, ਕਿਹੜੀ-ਕਿਹੜੀਆਂ ਚੀਜ਼ਾਂ ਦੇ ਆਧਾਰ ਤੇ ਵਰਗ ਸਮਾਜ ਦੇ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਪਰਿਵਾਰ ਅਤੇ ਰਿਸ਼ਤੇਦਾਰੀ। ਕਈ ਆਧਾਰ ਹੈ ਜਿਵੇਂ ਪਰਿਵਾਰ, ਰਿਸ਼ਤੇਦਾਰੀ, ਜਾਇਦਾਦ, ਆਮਦਨ ਜਾਂ ਪੈਸਾ। ਕਿਉਂਕਿ ਆਰਥਿਕ ਜੋ ਇਕਨੋਮਿਕ ਕੰਸੈਪਟ ਹੈ ਉਹ ਵਰਗ ਵਿਵਸਥਾ ਦਾ ਹਿੱਸਾ ਹੈ। ਹੁਣ ਪਰਿਵਾਰ ਤੇ ਰਿਸ਼ਤੇਦਾਰੀ ਸਭ ਤੋਂ ਪਹਿਲਾਂ 1 ਬਾਏ 1 ਕਰਾਂਗੇ। ਪਰਿਵਾਰ ਅਤੇ ਰਿਸ਼ਤੇਦਾਰੀ ਦੇ ਅਨੁਸਾਰ ਕਿਵੇਂ ਇੱਕ ਵਿਅਕਤੀ ਅਨੁਮਾਨ ਲਗਾ ਸਕਦਾ ਹੈ ਕਿ ਹਾਂ ਉਹ ਉੱਚੇ ਵਰਗ ਦਾ ਹਿੱਸਾ ਹੈ, ਮੱਧ ਵਰਗ ਜਾਂ ਨੀਵੇਂ ਵਰਗ ਦੇ ਵਿੱਚ ਹੈ। ਸੋ ਜੇ ਕੋਈ
ਜਿਵੇਂ ਅੰਬਾਨੀ ਪਰਿਵਾਰ ਹੈ ਜਾਂ ਕੋਈ ਅਮਿਤਾਭ ਬੱਚਨ ਜੇ ਆਪਾਂ ਉਦਾਹਰਨ ਲਈਏ ਉਹ ਪਰਿਵਾਰ ਹੈ, ਸੋ ਉਸ ਪਰਿਵਾਰ ਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਹਾਂ ਇੱਕ ਵਿਅਕਤੀ ਉੱਚੇ ਵਰਗ ਨੂੰ ਵਰਗ ਦੇ ਵਿੱਚ ਸ਼ਾਮਿਲ ਹੈ, ਕਿਉਂਕਿ ਪਰਿਵਾਰ ਅਤੇ ਨਾਤੇਦਾਰੀ ਵੀ ਵਰਗ ਦੀ ਸਥਿਤੀ ਨਿਰਧਾਰਿਤ ਕਰਦੇ ਹਨ। ਕਿਉਂਕਿ ਵਰਗ ਪਰਿਵਾਰ ਅਤੇ ਨਾਤੇਦਾਰੀ ਜਾਂ ਰਿਸ਼ਤੇਦਾਰੀ ਵੀ ਵਰਗ ਦੀ ਸਥਿਤੀ ਨੂੰ ਨਿਰਧਾਰਿਤ ਕਰਨਗੇ ਜਾਂ ਉਸ ਤੋਂ ਨਿਰਧਾਰਿਤ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਨ। ਇਸ ਕਰਕੇ ਜਿਵੇਂ ਟਾਟਾਸ ਹੈ, ਬਿਰਲਾ ਹੋ ਗਏ, ਸੋ ਇਹਨਾਂ ਇੱਕ ਜੇ ਬੱਚਾ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਵਿੱਚ ਪੈਦਾ ਹੋਇਆ, ਇਸ ਤਰ੍ਹਾਂ ਦੇ ਪਰਿਵਾਰ ਦੀ ਕੋਈ ਸੰਤਾਨ ਹੋਏਗੀ, ਸੋ ਉਹ ਵੀ ਆਪੇ ਹੀ ਉਸ ਉੱਚੇ ਵਰਗ ਦਾ ਹਿੱਸਾ ਹੋਏਗੀ, ਉਸ ਅਪਰ ਕਲਾਸ ਦਾ ਹਿੱਸਾ ਹੋਏਗੀ। ਇਸ ਕਰਕੇ ਇੱਥੇ ਇਹ ਕਹਿਣਾ ਜਾਇਜ਼ ਹੋਏਗਾ ਕਿ ਵਿਅਕਤੀ ਜਿਸ ਪਰਿਵਾਰ ਦੇ ਵਿੱਚ ਜਨਮ ਲੈਂਦਾ ਹੈ, ਸੋ ਕੁਝ ਹੱਦ ਤੱਕ ਉਹ ਚੀਜ਼ਾਂ ਵੀ ਉਸ ਵਿਅਕਤੀ ਨਾਲ ਜੁੜ ਜਾਂਦੀਆਂ ਤੇ ਉਹ ਉੱਚ ਵਰਗ ਦੇ ਨਾਲ, ਮੱਧ ਜਾਂ ਨੀਵੇਂ ਵਰਗ ਦੇ ਨਾਲ ਉਹ ਵਿਅਕਤੀ ਜੁੜ ਜਾਂਦਾ। ਅੱਗੇ ਹੈ ਜਾਇਦਾਦ, ਆਮਦਨੀ ਅਤੇ ਪੈਸਾ। ਸੋ ਇੱਕ ਵਿਅਕਤੀ ਦੇ ਹੱਥ ਦੇ ਵਿੱਚ, ਇੱਕ ਮਨੁੱਖ ਦੇ ਹੱਥ ਦੇ ਵਿੱਚ ਜਿੰਨੀ ਜਾਇਦਾਦ ਹੈ, ਜਿੰਨੀ ਉਸਦੀ ਆਮਦਨੀ ਹੈ, ਕੀ ਉਹ ਕੰਮ ਕਰ ਰਿਹਾ ਹੈ, ਕਿੰਨਾ ਉਹਦੇ ਕੋਲ ਪੈਸਾ ਹੈ, ਇਹ ਸਾਰੀਆਂ ਚੀਜ਼ਾਂ, ਜਾਂ ਬੈਂਕ ਬੈਲੈਂਸ ਕਹਿ ਲਓ, ਬੈਂਕ ਦੇ ਵਿੱਚ ਖਾਤੇ ਦੇ ਵਿੱਚ ਕਿੰਨੇ ਪੈਸੇ ਹਨ, ਇਹ ਸਾਰੀਆਂ ਚੀਜ਼ਾਂ ਵੀ ਇੱਕ ਵਿਅਕਤੀ ਦੀ ਸਮਾਜ ਦੇ ਵਿੱਚ ਸਥਿਤੀ ਉੱਚੀ, ਮੱਧ ਜਾਂ ਨੀਵੀਂ ਦੇ ਵਿੱਚ ਉਸਨੂੰ ਵੰਡਦਾ ਹੈ। ਕਿਉਂਕਿ ਵਰਗ ਦੇ ਆਧਾਰ ਤੇ ਸੰਪत्ति, ਪੈਸਾ ਜਾਂ ਆਮਦਨੀ ਨੂੰ ਹਰ ਇੱਕ ਸਮਾਜ ਦੇ ਵਿੱਚ ਮਹੱਤਵਪੂਰਨ ਜਗ੍ਹਾ ਮਿਲਦੀ ਹੈ, ਇੱਕ ਬਹੁਤ ਇੰਪੋਰਟੈਂਟ ਜਗ੍ਹਾ ਮਿਲਦੀ ਹੈ, ਜਿਸ ਦੇ ਕਾਰਨ ਕੀ ਹੈ, ਜਿਵੇਂ ਜੇ ਆਧੁਨਿਕ ਸਮਾਜ ਦੀ ਗੱਲ ਕਰੀਏ, ਮਾਡਰਨ ਸੁਸਾਇਟੀ ਦੀ ਗੱਲ ਕਰੀਏ, ਤਾਂ ਉਸ ਦੇ ਵਿੱਚ ਪੂੰਜੀਵਾਦੀ ਸਮਾਜ ਦੇ ਵਿੱਚ ਕੀ ਹੈ, ਪੂੰਜੀਵਾਦੀ ਸਮਾਜ ਜਿਸ ਨੂੰ ਕਿਹਾ ਜਾਂਦਾ ਹੈ, ਸੋ ਪੈਸਾ ਇੱਕ ਤਰ੍ਹਾਂ ਦਾ ਇਹੋ ਜਿਹਾ ਸੋਮਾ ਹੈ, ਇੱਕ ਏਦਾਂ ਦਾ ਮੀਨਸ ਹੈ ਜਿਸ ਦੇ ਨਾਲ ਲੋਕਾਂ ਨੂੰ ਜੱਜ ਕੀਤਾ ਗਿਆ, ਜਿਸ ਨਾਲ ਲੋਕਾਂ ਦੀ ਉੱਚੀ, ਨੀਵੀਂ ਜਾਂ ਮੱਧ ਵਰਗ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਸੋ ਵਿਅਕਤੀ ਕੀ ਹੈ, ਤੇਜ਼ੀ ਨਾਲ ਜੇ ਉਹਦੀ ਤਰੱਕੀ ਹੋ ਰਹੀ ਹੈ, ਉਹ ਉੱਚੇ, ਉਹਦੇ ਕੋਲ ਪੈਸਾ ਵੱਧ ਹੈ, ਆਮਦਨੀ ਜ਼ਿਆਦਾ ਹੈ, ਜਾਇਦਾਦ ਜ਼ਿਆਦਾ ਆ ਗਈ ਹੈ, ਸੋ ਇਸ ਦੇ ਨਾਲ ਉਹ ਆਪੇ ਹੀ ਉੱਚ ਵਰਗ ਦੇ ਵਿੱਚ ਸ਼ਾਮਿਲ ਹੋ ਜਾਂਦਾ। ਕਿਉਂਕਿ ਜਿਸ ਵਿਅਕਤੀ ਕੋਲ ਉਤਪਾਦਨ ਦੇ ਸਾਧਨ ਹੋਣਗੇ, ਉਤਪਾਦਨ ਦੇ ਪਦਾਰਥ ਹੋਣਗੇ, ਉਹ ਵਿਅਕਤੀ ਉਹਨਾਂ ਚੀਜ਼ਾਂ ਨੂੰ ਆਪਣੇ ਕਾਬੂ ਦੇ ਵਿੱਚ ਕਰੇਗਾ ਤੇ ਉਹ ਆਪੇ ਹੀ ਨੀਵੇਂ ਵਰਗ ਤੋਂ ਉੱਚ ਵਰਗ ਦੇ ਵਿੱਚ ਸ਼ਾਮਿਲ ਹੋ ਜਾਏਗਾ ਔਰ ਉਹ ਆਪਣਾ ਵਰਗ ਜਾਂ ਆਪਣੀ ਸਥਿਤੀ, ਉੱਚੀ ਸਥਿਤੀ ਨੂੰ ਪ੍ਰਾਪਤ ਕਰ ਲਏਗਾ। ਇਸ ਕਰਕੇ ਗਰੀਬ ਤੋਂ ਅਮੀਰ ਹੋਣਾ ਜਾਂ ਅਮੀਰ ਤੋਂ ਗਰੀਬ ਹੋਣਾ ਇੱਕ ਵਿਅਕਤੀ ਦੇ ਆਪਣੇ ਹੱਥ ਵਿੱਚ ਹੁੰਦਾ ਹੈ, ਔਰ ਜਿਸ ਦੇ ਵਿੱਚ ਕੀ ਹੈ, ਜਾਇਦਾਦ, ਪ੍ਰਾਪਰਟੀ, ਆਮਦਨੀ, ਪੈਸਾ, ਇਹ ਸਾਰੀਆਂ ਚੀਜ਼ਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸੋ ਵਰਗ ਦੇ ਆਧਾਰ ਦੇ ਵਿੱਚ ਅੱਗੇ ਚੱਲਾਂਗੇ, ਇੱਕ ਵਿਅਕਤੀ ਦਾ ਕੀਤਾ ਅਤੇ ਜਾਤੀ। ਸੋ ਇੱਕ ਵਿਅਕਤੀ ਦਾ ਜੋ ਆਕੂਪੇਸ਼ਨ ਹੈ, ਕਿਉਂਕਿ ਸਮਾਜਿਕ ਵਰਗ ਦਾ ਨਿਰਧਾਰਨ ਕੀ ਹੈ, ਕੀਤਾ ਕਰਦਾ ਹੈ। ਕੀਤਾ ਆਕੂਪੇਸ਼ਨ ਤੋਂ ਹੀ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ, ਜਿਵੇਂ ਉਦਾਹਰਨ ਲਈਏ ਕਿ ਉਹ ਡਾਕਟਰ ਹੈ, ਲਾਇਰ ਹੈ, ਉਹ ਕੋਈ ਪ੍ਰੋਫੈਸਰ ਹੈ, ਜਾਂ ਕੋਈ ਹੋਰ ਪ੍ਰਾਈਮ ਮਿਨਿਸਟਰ ਹੈ, ਉਹ MLA ਹੈ ਕਿਸੇ ਉਹਦਾ, ਠੀਕ ਹੈ, ਪਾਰਲੀਮੈਂਟ ਦੇ ਵਿੱਚ। ਸੋ ਇਸ ਦਾ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਤੋਂ ਇਹ ਅਨੁਮਾਨ ਲਗਾ ਸਕਦੇ ਕਿ ਇੱਕ ਵਿਅਕਤੀ ਦਾ ਜੋ ਕੀਤਾ ਹੋਏਗਾ ਉਹੀ ਉਸਦਾ ਕੀ ਹੋ ਜਾਏਗਾ, ਉਹੀ ਉਹਦੀ ਸਥਿਤੀ ਹੋ ਜਾਏਗੀ। ਹਰ ਪ੍ਰਕਾਰ ਆਪਾਂ ਇਹ ਦੇਖ ਸਕਦੇ ਕਿ ਜੇ ਇੱਕ ਪੜ੍ਹਿਆ ਲਿਖਿਆ ਵਿਅਕਤੀ ਹੈ ਤਾਂ ਉਹ ਹਾਇਰ ਕਲਾਸ ਦੇ ਵਿੱਚ ਹੋਏਗਾ, ਅਨਪੜ੍ਹ ਵਿਅਕਤੀ ਹੈ ਤਾਂ ਉਹਦੀ ਲੈਵਲ ਵੀ ਉਸ ਤਰ੍ਹਾਂ ਦਾ ਹੋਏਗਾ। ਸੋ ਜੋ ਕੰਮ ਹੈ, ਜੋ ਆਕੂਪੇਸ਼ਨ ਹੈ, ਕੀਤਾ ਹੈ, ਉਸ ਵਿਅਕਤੀ ਦੀ ਜੋ ਜੌਬ ਹੈ, ਉਹ ਵੀ ਨਿਰਧਾਰਿਤ ਕਰਦੀ ਹੈ ਕਿ ਉਹ ਵਿਅਕਤੀ ਕਿਸ ਵਰਗ ਦਾ ਮੈਂਬਰ ਹੈ। ਇਸ ਤੋਂ ਬਾਅਦ ਜਾਤੀ, ਜਿਵੇਂ ਜਾਤੀ ਵਿਵਸਥਾ ਦੇ ਟੌਪਿਕ ਦੇ ਵਿੱਚ ਵੀ ਪਹਿਲਾਂ ਇਹ ਗੱਲ ਹੋ ਚੁੱਕੀ ਹੈ ਪ੍ਰੀਵੀਅਸ ਲੈਕਚਰ ਦੇ ਵਿੱਚ ਕਿ ਜਾਤ ਕੀ ਹੈ, ਵਿਅਕਤੀਆਂ ਦੀ ਜਾਤ ਜੋ ਜਨਮ ਤੋਂ ਉਸ ਤੋਂ ਮਿਲਦੀ ਹੈ। ਜਿਵੇਂ ਹਿੰਦੂ ਸੁਸਾਇਟੀ ਦੇ ਅਨੁਸਾਰ, ਹਿੰਦੂ ਸਮਾਜ ਦੇ ਅਨੁਸਾਰ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇਹ 4 ਜਾਤਾਂ ਦੇ ਵਿੱਚ ਸਮਾਜ ਆਪਣਾ ਵੰਡਿਆ ਹੋਇਆ ਹੈ। ਸੋ ਉਦਾਂ ਹੀ ਜੇ ਕੋਈ ਬ੍ਰਾਹਮਣ ਹੈ ਤਾਂ ਉਹ ਉੱਚ ਵਰਗ ਦੇ ਵਿੱਚ ਹੋਏਗਾ, ਸ਼ੂਦਰ ਹੈ ਤਾਂ ਉਹ ਨੀਵੇਂ ਵਰਗ ਦੇ ਵਿੱਚ ਹੋਏਗਾ। ਸੋ ਵਰਗ ਦੇ ਵਿੱਚ ਰਹਿਣ ਦੇ ਨਾਲ ਕੀ ਹੈ, ਜੋ ਜਾਤ ਹੈ ਉਹ ਵੀ ਇੱਕ ਵਿਅਕਤੀ ਦੇ ਵਰਗ ਨੂੰ ਨਿਰਧਾਰਿਤ ਕਰ ਦਿੰਦੀ ਹੈ, ਉਸ ਵਿਅਕਤੀ ਨੂੰ ਦੱਸਦੀ ਹੈ ਕਿ ਹਾਂ ਉਹ ਕਿਸ ਵਰਗ ਦਾ ਹਿੱਸਾ ਹੈ। ਜਿਵੇਂ ਬ੍ਰਾਹਮਣ ਹੈ, ਬ੍ਰਾਹਮਣਾਂ ਨੂੰ ਸਮਾਜ ਦੇ ਵਿੱਚ ਉੱਚਾ ਦਰਜਾ ਦਿੱਤਾ ਗਿਆ, ਕਿਉਂ? ਕਿਉਂਕਿ ਉਹ ਰੱਬ ਦੇ ਮੂੰਹ ਚੋਂ ਪ੍ਰਗਟ ਹੋਏ ਹੈ, ਜਾਂ ਕਹਿ ਸਕਦੇ ਹਾਂ ਕਿ ਉਹਦੇ ਮੁਖ ਚੋਂ ਨਿਕਲੇ ਹੋਏ ਹੈ, ਇਸ ਕਰਕੇ ਉਹਨਾਂ ਨੂੰ ਉੱਚਾ ਵਰਗ ਦਿੱਤਾ ਗਿਆ। ਉਹ ਵਿਅਕਤੀ ਪਾਠ ਪੂਜਾ ਕਰਦਾ ਹੈ, ਗਿਆਨ ਵੰਡ ਰਿਹਾ ਹੈ, ਮੰਦਿਰਾਂ ਦੇ ਵਿੱਚ ਪਾਠ ਕਰ ਰਿਹਾ ਹੈ। ਸੋ ਉਹ ਜੋ ਪ੍ਰੀਸਟ ਹੈ ਉਹ ਕੌਣ ਹੈ? ਬ੍ਰਾਹਮਣ ਹੈ।
इसका मतलब कि जाति के अनुसार भी व्यक्ति नूं उहदा दर्जा दिता गया होया, उहदी स्थिति दिती गई हुई है समाज दे विच। जे ब्राह्मण है तां उच्च वर्ग, उस तो बाद दूजे लैवल के उत्ते सैकेंड जो स्थिति है वो आ जाएगी खत्तरी, तीजा वर्ग वैश्य ते बिल्कुल चौथा वर्ग नीवां वर्ग की हो जाएगा शूद्र वर्ग। इस करके या शूद्र जाति हो जाएगी जिसनों नीवें वर्ग दे विच रखिया गया। इस करके जाति भी बाकी चीज़ां दे नाल एक वर्ग का मुख आधार है। अगे चलांगे, निवास स्थान, रहन की जगह, प्लेस ऑफ लिविंग, रहन दे स्थान की दिशा भी एक व्यक्ति की स्थिति नूं निर्धारित करती है, उसको दसदी है कि हाँ वो व्यक्ति या समाज दे विच जज करना ईजी हो जाता है कि वो व्यक्ति की स्थिति की होगी। हुण उदाहरण लैके चलीए कि जे एक व्यक्ति कोई झुग्गी झोंपड़ी दे विच रह रहा है या फिर वो कोई स्लम एरिया दे विच रह रहा है, सो वो व्यक्ति ऑटोमैटिकली नीवें वर्ग दे विच शामिल हो जाएगा। क्यों? क्योंकि वो जिस जगह के उत्ते जिस जगह ते जिस स्थान के उत्ते निवास कर रहा है या रहन दे स्थान की जिथे दिशा होएगी, जे वो पॉश एरिया दे विच रह रहा है, जिवें चंडीगढ़ की गल करिए तो सैक्टर 17 दे विच रह रहा है, या जे नॉर्मली गल करिए कि वो बॉम्बे रहिंदा है, वो कैनेडा रह रहा है, न्यूयॉर्क का वासी है, सो ये सारा की है, ये रहन का स्थान ही एक व्यक्ति दे स्टेटस नूं आपां उहनूं जज कर सकते हैं कि वो व्यक्ति उच्चे वर्ग का है, मध वर्ग का है या वह नीवें वर्ग दे विच है। सो इदां ही जिस व्यक्ति का घर या रहिंदा वो जिथे होएगा, उस दे नाल उस व्यक्ति की स्थिति या उसकी पोजीशन नूं चंगे ढंग दे नाल जज कर लिता जाएगा। इस तो बाद सिक्ख्या, एजुकेशन भी एक मुख आधार है। सो जे पढ़िया लिखिया वर्ग होएगा, जिसनों लिटरेट क्लास कहते हैं, तो वो व्यक्ति पढ़े लिखे होंगे, वो उच्चे वर्ग दे विच होंगे, और दूजे पासे जो अनपढ़ वर्ग होएगा। सो सिक्ख्या के आधार पर भी वर्ग नूं दो ढंग दे नाल परिभाषित कर सकते हैं, पढ़िया लिखिया वर्ग अते अनपढ़ वर्ग। इस करके सिक्ख्या दा महत्व समाज दे विच अज भी देखण नूं मिलदा है, जिस दे नाल एक व्यक्ति जे वध पढ़िया लिखिया है तां वो व्यक्ति की होएगा, उसनूं इज्जत दित्ती जाएगी, उसनूं वधिया नज़र दे नाल, इज्जत दी नज़र दे नाल समाज विच वेख्या जाएगा। उसदे कोल पैसा, भावें उसदे कोल पैसा भी ना होवे, उदाहरण के तौर पर जे एक स्कूल टीचर है, जे उसकी सैलरी तनख्वाह बहुत घट है, वो बहुत औखा अपने घर का गुजारा कर रहा है, लेकिन वो समाज की नज़रों के जो टीचर है वो टीच कर रहा है, ज्ञान बनता पाया, सो उसका रुतबा भी समाज के उदा का ही हो जाता है, वधिया रुतबा हो जाता है। सो एक व्यक्ति का प्रोफैशन या वो कितना पढ़िया लिखिया है, वो भी उस व्यक्ति का जो स्थिति है समाज के विच, उसका जो वर्ग है उसनों परिभाषित कर दिंदा या निर्धारित कर दिंदा। इसे करके हर व्यक्ति समाजिक स्थिति के अनुसार वो अपनी जो वर्ग है उसको भी हासिल कर लेता है। अगे है पावर। सो पावर का मतलब कि शक्ति, जिवें उदाहरण दईए कि प्राइम मिनिस्टर है, प्रेजिडेंट है, प्रधानमंत्री या राष्ट्रपति है, या इस तो इलावा कोई भी इदां दा हाई रैंक ऑफिसर है। सो जो जिन्नी उसके हथ विच पावर होएगी वो उसे वर्ग दे विच शामिल होएगी। कि जे अपने पूरे भारत नूं प्रधानमंत्री ते राष्ट्रपति पूरे भारत का कंट्रोल रख रहे हैं, इन्हूं नियंत्रित कर रहे हैं, सो इसका मतलब उस व्यक्ति के हथ विच पावर है, शक्ति है, वो इदां दी अथॉरिटी है जिस दे हथ विच शक्ति है कि वो कोई भी रातों रात अनाउंसमेंट कर सकते हैं। सो इसका मतलब कि वो पावर ही, वो शक्ति ही उस व्यक्ति नूं स्थिति के उत्ते रखेगी, हायर लैवल के उत्ते रखेगी। जिवें एक जे कोई प्रोफैसर है कॉलेज का, कोई टीचर है, जे उहदे हथ विच जिन्नी पावर होएगी उस लैवल के उत्ते बंदा रहेगा। इस करके ये जो पावर है, शक्ति है, ये वर्ग का एक मुख आधार बन जाता है। सो अगे चलांगे, नस्ल, एक व्यक्ति की रेस कि वो किस नस्ल नाल बिलोंग करता है। हुण जे रंग के आधार पर देखिए तो नस्लां 3 तरह दीयां होणगीयां समाज दे विच, काली नस्ल, चिट्टी नस्ल अते पीली नस्ल। मतलब वो लोग जो जिन्हां दा रंग काला होएगा, या जिवें अफ्रीकन है, अफ्रीका दे विच लोग पाए जाते हैं, वो काली नस्ल दे नाल है। जो चिट्टी नस्ल है वो ब्रिटिशर्स होणगे, ते जो येलो रेस है, पीली नस्ल है, वो एशियंस होणगे या इंडिया दे विच आपां होवांगे। सो इसका मतलब कि
ਨਸਲ ਦੇ ਨਾਲ, ਰੰਗ ਦੇ ਨਾਲ, ਚਮੜੀ ਦੇ ਰੰਗ ਦੇ ਨਾਲ ਵੀ ਇੱਕ ਵਿਅਕਤੀ ਨੂੰ ਉਸਦਾ ਵਰਗ ਦੀ ਪਹਿਚਾਣ ਸਮਾਜ ਦੇ ਵਿੱਚ ਹੋ ਜਾਏਗੀ ਕਿ ਉਹ ਉਸਦਾ ਜੋ ਨਸਲ ਹੈ ਉਹ ਕਾਲੀ ਹੈ, ਚਿੱਟੀ ਹੈ ਜਾਂ ਪੀਲੀ ਹੈ, ਕਿਉਂਕਿ ਇਹ ਜੋ ਨਸਲ ਹੈ ਇਹ ਰੰਗ ਦੇ, ਚਮੜੀ ਦੇ ਰੰਗ ਦੇ ਅਨੁਸਾਰ ਵੰਡੀ ਹੋਈ ਹੈ ਲੋਕਾਂ ਦੇ ਵਿਚਕਾਰ ਜੋ ਸਮਾਜ ਦਾ ਮੈਂਬਰ ਹਨ ਜਾਂ ਹਿੱਸਾ ਹੈ। ਇਸ ਤੋਂ ਇਲਾਵਾ ਜੋ ਸਟੇਟਸ ਸਿੰਬਲ ਹੈ, ਸਟੇਟਸ ਸਿੰਬਲ ਮਤਲਬ ਸਥਿਤੀ ਚਿੰਨ੍ਹ ਹੈ, ਇਹ ਵੀ ਇੱਕ ਵਰਗ ਦੇ ਮੁੱਖ ਆਧਾਰ ਹੈ ਜਿਸ ਦੇ ਨਾਲ ਵਿਅਕਤੀ ਵੱਖ-ਵੱਖ ਵਰਗਾਂ ਦਾ ਹਿੱਸਾ ਬਣਿਆ ਹੋਇਆ। ਹੁਣ ਸਥਿਤੀ ਚਿੰਨ੍ਹ ਦੇ ਵਿੱਚ ਕਿ ਕਿੱਦਾਂ ਦਾ ਘਰ ਹੈ, ਕਾਰ ਹੈ ਕਿ ਨਹੀਂ, ਟੀਵੀ ਹੈ, ਏਸੀ, ਫ੍ਰਿਜ ਹੈ, ਸੋ ਜਾਂ ਮੋਬਾਈਲ ਕਿੱਦਾਂ ਦਾ ਹੈ, ਐਪਲ ਦਾ ਫੋਨ ਹੈ, ਐਪਲ ਦੀ ਵਾਚ ਹੈ, ਸ਼ੂਜ਼ ਰੀਬੌਕ ਦੇ ਪਾਏ ਹੋਏ ਹੈ ਜਾਂ ਕੱਪੜੇ ਬ੍ਰਾਂਡਡ ਹੈ, ਇਹ ਸਾਰੀਆਂ ਚੀਜ਼ਾਂ ਤੋਂ ਇੱਕ ਵਿਅਕਤੀ ਅੰਦਾਜ਼ਾ ਲਗਾ ਲੈਂਦਾ ਹੈ। ਇਹ ਸਾਰੇ ਕੀ ਹੁੰਦੇ ਹੈ? ਸਥਿਤੀ ਚਿੰਨ੍ਹ ਹੁੰਦੇ ਆ। ਉਸ ਸਥਿਤੀ ਨੂੰ ਪਰਿਭਾਸ਼ਿਤ ਕਰਨ ਵਾਲੇ ਚਿੰਨ੍ਹ ਹੁੰਦੇ ਆ ਜਿਸ ਤੋਂ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਬਾਰੇ ਪਤਾ ਲੱਗ ਜਾਂਦਾ ਹੈ ਕਿ ਉਹ ਵਿਅਕਤੀ ਕਿਸ ਵਰਗ ਦੇ ਵਿੱਚ ਸ਼ਾਮਿਲ ਹੁੰਦਾ ਹੈ। ਸੋ ਜੇ ਐਗਜ਼ਾਮਪਲ ਲਓ, ਉਦਾਹਰਨ ਲਓ ਕਿ ਜੇ ਇੱਕ ਵਿਅਕਤੀ ਦਾ ਬਹੁਤ ਇੱਕ ਆਲੀਸ਼ਾਨ ਘਰ ਹੈ, ਉਸਦੇ ਵਿੱਚ ਇੱਕ ਸਵਿਮਿੰਗ ਪੂਲ ਬਣਿਆ ਹੋਇਆ ਹੈ, ਬਹੁਤ ਵੱਡਾ ਟੀਵੀ ਰੱਖਿਆ ਹੋਇਆ ਹੈ, ਫਰਨੀਚਰ ਬੜਾ ਵਧੀਆ ਰੱਖਿਆ ਹੋਇਆ, ਐਂਟੀਕ ਫਰਨੀਚਰ ਰੱਖਿਆ ਹੋਇਆ ਹੈ, ਏਸੀ ਲੱਗੇ ਹੋਏ ਆ, 5 ਤੋਂ 10 ਕਮਰੇ ਆ ਹਰ ਇੱਕ ਉਸ ਪੂਰੇ ਘਰ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਤੋਂ ਪਤਾ ਲੱਗ ਜਾਏਗਾ, ਇਸ ਚੀਜ਼ਾਂ ਤੋਂ ਅੰਦਾਜ਼ਾ ਲੱਗ ਜਾਏਗਾ ਕਿ ਉਹ ਜੋ ਵਿਅਕਤੀ ਹੈ ਉਹ ਉੱਚੇ ਵਰਗ ਨੂੰ ਬਿਲੋਂਗ ਕਰਦਾ ਹੈ, ਉਹ ਉੱਚੇ ਵਰਗ ਦੇ ਵਿੱਚ ਸ਼ਾਮਿਲ ਹੁੰਦਾ ਹੈ। ਇਸ ਕਰਕੇ ਇਹ ਜੋ ਸਥਿਤੀ ਚਿੰਨ੍ਹ ਹੁੰਦੇ ਆ ਇਹ ਇੱਕ ਵਿਅਕਤੀ ਦੀ ਸਮਾਜ ਦੇ ਵਿੱਚ ਦਿਸ਼ਾ ਪ੍ਰਦਾਨ ਕਰਦੇ ਆ ਕਿ ਇੱਕ ਵਿਅਕਤੀ ਕਿਸ ਲੈਵਲ ਦੇ ਉੱਤੇ ਹੈ, ਸਮਾਜ ਦੇ ਵਿੱਚ ਉਸਨੂੰ ਕੀ ਸਥਿਤੀ ਮਿਲੀ ਹੋਈ ਹੈ। ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕੋਈ ਕੋਠੀ ਹੈ, ਕਾਰ, ਟੀਵੀ, ਟੈਲੀਫੋਨ, ਫ੍ਰਿਜ, ਇਹ ਚੀਜ਼ਾਂ ਦਾ ਹੋਣਾ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ ਕਿ ਜੇ ਇੱਕ ਵਿਅਕਤੀ ਕੋਲ ਇਹ ਚੀਜ਼ਾਂ ਹੈ ਤਾਂ ਹਾਂ ਠੀਕ ਹੈ, ਉਹ ਉੱਚੇ ਵਰਗ ਦੇ ਵਿੱਚ ਹੈ। ਜਾਂ ਜੇ ਕਿਸੇ ਵਿਅਕਤੀ ਦੇ ਕੋਲ ਉਹਦੀ ਆਪਣੀ ਕਾਰ ਨਹੀਂ ਹੈ, ਬੈਂਕ ਬੈਲੈਂਸ ਨਹੀਂ ਹੈ, ਉਹ ਪੜ੍ਹਿਆ ਲਿਖਿਆ ਨਹੀਂ ਹੈ, ਉਹ ਕੋਈ ਕੰਮ ਨਹੀਂ ਕਰ ਰਿਹਾ, ਉਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੈ ਵਰਗ ਨੂੰ ਦੱਸਿਆ ਜਾਏਗਾ। ਸੋ ਇੱਥੇ ਜਿੱਥੇ ਸਟੇਟਸ ਸਿੰਬਲ ਦੀ ਗੱਲ ਹੋ ਰਹੀ ਹੈ ਜਾਂ ਸਥਿਤੀ ਚਿੰਨ੍ਹ ਦੀ ਗੱਲ ਹੋ ਰਹੀ ਹੈ, ਸੋ ਇਸ ਪ੍ਰਕਾਰ ਕਿਸੇ ਵਿਅਕਤੀ ਕੋਲ ਜੇ ਚੰਗੀ ਜ਼ਿੰਦਗੀ ਨੂੰ ਬਿਤਾਉਣ ਦੀਆਂ ਉਹ ਸਾਰੀਆਂ ਸਹੂਲਤਾਂ ਹੋਣਗੀਆਂ ਤਾਂ ਉਸਨੂੰ ਉੱਚੇ ਦਰਜੇ ਤੇ ਰੱਖਿਆ ਜਾਏਗਾ, ਉੱਚੇ ਵਰਗ ਦੇ ਵਿੱਚ ਰੱਖਿਆ ਜਾਏਗਾ। ਤੇ ਜਿਸ ਵਿਅਕਤੀ ਕੋਲ ਇਸ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਜੀਣ ਵਾਸਤੇ ਇਹ ਸਥਿਤੀ ਚਿੰਨ੍ਹ ਨਹੀਂ ਹੋਣਗੇ ਜਾਂ ਇਹ ਸਾਰੀਆਂ ਸਹੂਲਤਾਂ ਨਹੀਂ ਹੋਣਗੀਆਂ ਤਦ ਉਸ ਵਿਅਕਤੀ ਨੂੰ ਨੀਵੇਂ ਦਰਜੇ ਦੇ ਉੱਤੇ ਜਾਂ ਨੀਵੇਂ ਵਰਗ ਦੇ ਉੱਤੇ ਰੱਖਿਆ ਜਾਏਗਾ। ਇਸ ਕਰਕੇ ਇਹ ਸਭ ਸਥਿਤੀ ਚਿੰਨ੍ਹ ਕੀ ਹੈ, ਵਿਅਕਤੀ ਨੂੰ ਸਮਾਜ ਦੇ ਵਿੱਚ ਉਹਨਾਂ ਦੀ ਸਥਿਤੀ ਨੂੰ ਨਿਰਧਾਰਿਤ ਕਰਦੇ ਕਿ ਹਾਂ ਇਹ ਵਿਅਕਤੀ ਗਰੀਬ ਹੈ, ਇਹ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਹੈ, ਮੱਧ ਵਰਗ ਪਰਿਵਾਰਾਂ ਨੂੰ ਬਿਲੋਂਗ ਕਰਦਾ ਹੈ, ਜਾਂ ਇਹ ਉੱਚੇ ਦਰਜੇ ਤੇ ਹੈ, ਜਾਂ ਇਹ ਵਿਅਕਤੀ ਅਮੀਰ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਜੋ ਵਰਗ ਹੈ ਉਹ ਸਮਾਜ ਦੇ ਵਿੱਚ ਹੀ ਦੇਖਣ ਨੂੰ ਮਿਲਦਾ, ਸਮਾਜ ਦੇ ਵਿੱਚ ਲੋਕਾਂ ਦੇ ਵਿਚਕਾਰ ਪਾਇਆ ਜਾਂਦਾ। ਇਸ ਕਰਕੇ ਹੁਣ ਇਸ ਟੌਪਿਕ ਨੂੰ ਜੇ ਵਾਈਂਡ ਅਪ ਕਰਨਾ ਹੋਵੇ ਤਾਂ ਮੈਂ ਇੱਥੇ ਕਹਾਂਗੀ, ਜਿਵੇਂ ਇੱਕ ਕਾਰਲ ਮਾਰਕਸ ਇੱਕ ਸੋਸ਼ੀਓਲੋਜਿਸਟ ਹੈ, ਉਸਨੇ ਇੱਕ ਬੜੀ ਵਧੀਆ ਡੈਫੀਨੇਸ਼ਨ ਦਿੱਤੀ ਹੈ। ਉਹਨਾਂ ਨੇ ਕੀ ਕਿਹਾ ਕਿ ਇੱਕ ਸਮਾਜਿਕ ਵਰਗ ਨੂੰ ਉਸਦੇ ਉਤਪਾਦਨ ਦੇ ਸਾਧਨਾਂ ਤੇ ਸੰਪत्ति ਕੀ ਹੈ, ਸੰਪत्ति ਦੀ ਵੰਡ ਦੇ ਅਨੁਸਾਰ ਜਾਂ ਵੰਡ ਦੇ ਨਾਲ ਕੀ ਹੈ ਸਥਾਪਿਤ ਹੋਣ ਵਾਲੇ ਸੰਬੰਧਾਂ ਦੇ ਅੰਤਰਗਤ ਇਹ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਇੱਕ ਵਿਅਕਤੀ ਕਿਸ ਵਰਗ ਦਾ ਹਿੱਸਾ ਹੈ। ਅਰਥਾਤ ਜੇ ਸਧਾਰਨ ਜਾਂ ਸਰਲ ਸ਼ਬਦਾਂ ਦੇ ਵਿੱਚ ਮੈਂ ਇਸ ਪਰਿਭਾਸ਼ਾ ਨੂੰ ਸਮਝਾਵਾਂ ਤਾਂ ਇਹ ਕੀ ਹੈ ਕਿ ਇੱਕ ਸਮਾਜਿਕ ਵਰਗ ਦੇ ਵਿੱਚ ਕੀ ਹੈ ਇਹ ਦੇਖਿਆ ਜਾਏਗਾ ਕਿ ਉਸ ਵਿਅਕਤੀ ਦੇ ਕੋਲ ਕਿੰਨੀਆਂ ਚੀਜ਼ਾਂ ਉਪਲਬਧ ਹੈ, ਉਹ ਵਿਅਕਤੀ ਦੀ ਸਥਿਤੀ ਕਿਵੇਂ ਜੱਜ ਕੀਤੀ ਜਾਏਗੀ, ਕਿਵੇਂ ਉਸ ਨੂੰ ਨਿਰਧਾਰਿਤ ਕੀਤਾ ਜਾਏਗਾ ਕਿ ਹਾਂ ਉਹ ਵਿਅਕਤੀ ਦੇ ਕੋਲ ਆਪਣਾ ਘਰ ਹੈ ਕਿ ਨਹੀਂ, ਉਹ ਆਪਣੇ ਘਰ 'ਚ ਰਹਿ ਰਿਹਾ ਹੈ ਕਿ ਕਿਸੇ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਹੈ, ਜਾਂ ਸਮਾਜ ਦੇ ਵਿੱਚ ਉਸਦੇ ਸੰਬੰਧ ਕਿਹੜੇ ਲੋਕਾਂ ਦੇ ਨਾਲ ਹਨ, ਉੱਚੇ ਲੋਕਾਂ ਨਾਲ, ਕੋਈ ਡਾਕਟਰ ਉਹਦਾ ਫਰੈਂਡ ਹੈ, ਕੋਈ ਪ੍ਰਾਈਮ ਮਿਨਿਸਟਰ ਦੇ ਨਾਲ ਲਿੰਕਅਪ ਹੈ, ਕੋਈ ਪੀਏ ਦੇ ਨਾਲ ਪਰਸਨਲ ਅਸਿਸਟੈਂਟ ਹੈ ਪ੍ਰਾਈਮ ਮਿਨਿਸਟਰ ਦਾ। ਸੋ ਇਹਦਾ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ ਇਹ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਕਿਸ ਵਰਗ ਦਾ ਉਹ ਹਿੱਸਾ ਹੈ। ਸੋ ਜਿਵੇਂ ਔਗਬਰਨ ਤੇ ਨਿਮਕੋਫ ਇਹ ਵੀ ਸੋਸ਼ੀਓਲੋਜਿਸਟ ਹੋਏ ਆ, ਇਹਨਾਂ ਨੇ ਸਮਾਜਿਕ ਪੱਧਰ ਦੇ ਉੱਤੇ ਵਰਗ ਵਿਵਸਥਾ ਨੂੰ ਕਿਵੇਂ ਐਕਸਪਲੇਨ ਕੀਤਾ ਹੈ। ਇਹਨਾਂ ਨੇ ਕਿਹਾ ਕਿ ਇੱਕ ਸਮਾਜਿਕ ਵਰਗ ਦੀ ਮੌਲਿਕ ਵਿਸ਼ੇਸ਼ਤਾ ਦੂਸਰੇ ਸਮਾਜਿਕ ਵਰਗਾਂ ਦੀ ਤੁਲਨਾ ਨਾਲ ਉਸਦੀ ਉੱਚੀ ਅਤੇ ਨੀਵੀਂ ਸਮਾਜਿਕ ਸਥਿਤੀ ਹੁੰਦੀ ਹੈ।
ਹੁਣ ਦੇਖੋ ਇੱਥੇ ਵੀ ਤੁਲਨਾ ਦੀ ਗੱਲ ਹੋਈ ਹੈ, ਤੁਲਨਾ ਕੀਤੀ ਜਾਏਗੀ ਦੋ ਵਿਅਕਤੀਆਂ ਦੇ ਵਿਚਕਾਰ, ਦੋ ਵਰਗਾਂ ਦੇ ਵਿਚਕਾਰ ਜਾਂ ਦੋ ਵੱਖ-ਵੱਖ ਸਥਿਤੀਆਂ ਦੇ ਲੋਕਾਂ ਦੇ ਵਿਚਕਾਰ, ਕਿਉਂਕਿ ਜਦ ਤੱਕ ਵਿਅਕਤੀ ਦੀ ਸਥਿਤੀ ਨੂੰ ਦੂਸਰੇ ਵਿਅਕਤੀ ਦੀ ਸਥਿਤੀ ਨਾਲ ਤੁਲਨਾ ਨਹੀਂ ਹੋਏਗੀ ਤਦ ਤੱਕ ਕੀ ਹੈ ਸਮਾਜ ਦੇ ਵਿੱਚ ਇੱਕ ਵਿਅਕਤੀ ਦੀ ਸਥਿਤੀ ਵੀ ਨਹੀਂ ਪਤਾ ਲੱਗ ਸਕਦੀ। ਇਸ ਕਰਕੇ ਉਹ ਵਿਅਕਤੀ ਕਿਸ ਰੈਂਕ ਤੇ ਹੈ, ਕਿਸ ਦਰਜੇ ਤੇ ਉਸ ਨੂੰ ਰੱਖਿਆ ਗਿਆ ਹੈ, ਇਹ ਸਾਰੀਆਂ ਚੀਜ਼ਾਂ ਪਤਾ ਕਿਵੇਂ ਲੱਗਣਗੀਆਂ ਜਦ ਇੱਕ ਵਿਅਕਤੀ ਦੀ ਤੁਲਨਾ ਦੂਸਰੇ ਵਿਅਕਤੀ ਨਾਲ ਕੀਤੀ ਗਈ ਜਾਏਗੀ। ਇਹ ਜੋ ਵਰਗ ਵਿਵਸਥਾ ਹੈ ਇਸ ਚੀਜ਼ ਉੱਤੇ, ਇਸ ਕਨਸੈਪਟ ਦੇ ਉੱਤੇ ਕਈ ਸਮਾਜ ਜੋ ਵਿਗਿਆਨੀ ਹੈ ਉਹਨਾਂ ਨੇ ਖੋਜ ਕੀਤੀ ਹੈ ਤੇ ਉਹਨਾਂ ਵਿੱਚੋਂ ਹੀ ਇੱਕ ਮੈਕਾਈਵਰ ਅਤੇ ਪੇਜ, ਮੈਕਾਈਵਰ ਅਤੇ ਪੇਜ ਇਹ ਸੋਸ਼ੀਓਲੋਜਿਸਟ ਹੈ, ਇਹਨਾਂ ਨੇ ਕੀ ਕਿਹਾ ਵਰਗ ਵਿਵਸਥਾ ਬਾਰੇ ਕਿ ਇੱਕ ਸਮਾਜਿਕ ਵਰਗ ਸਮੁਦਾਇ ਦਾ ਇੱਕ ਉਹ ਭਾਗ ਹੁੰਦਾ ਹੈ ਜਿਹੜਾ ਸਮਾਜਿਕ ਸਥਿਤੀ ਦੇ ਆਧਾਰ ਉੱਤੇ ਦੂਸਰਿਆਂ ਤੋਂ ਵੱਖਰਾ ਕੀਤਾ ਜਾ ਸਕਦਾ ਹੈ। ਕਿ ਇਸ ਦੇ ਵਿੱਚ ਵੀ ਤੁਲਨਾ ਦੀ ਗੱਲ ਹੋਈ ਹੈ ਕਿ ਉਹ ਇੱਕ ਸਮਾਜਿਕ ਵਰਗ ਜਾਂ ਸਮੁਦਾਇ ਦਾ ਉਹ ਇੱਕ ਭਾਗ ਹੁੰਦਾ ਹੈ। ਸਮੁਦਾਇ ਕੀ ਹੈ? ਉਹ ਵਿਅਕਤੀ ਜਿਨ੍ਹਾਂ ਦੇ ਵਿੱਚ ਕਾਫੀ ਕੁਝ ਸਾਂਝਾ ਹੋਏਗਾ, ਉਹ ਇੱਕ ਵਰਗ, ਇੱਕ ਸਮੁਦਾਇ ਨੂੰ ਸੰਬੰਧ ਦੇ ਨਾਲ ਸੰਬੰਧਿਤ ਹੋਣਗੇ। ਸੋ ਇੱਕ ਸਮਾਜਿਕ ਵਰਗ ਸਮੁਦਾਇ ਦਾ ਇੱਕ ਉਹ ਭਾਗ ਹੁੰਦਾ ਹੈ ਜਿਹੜੇ ਸਮਾਜਿਕ ਸਥਿਤੀ ਦੇ ਆਧਾਰ ਉੱਤੇ ਦੂਸਰਿਆਂ ਤੋਂ ਵੱਖਰੇ ਕੀਤੇ ਜਾਂਦੇ ਹਨ। ਕਿ ਜਿਨ੍ਹਾਂ ਦੇ ਕੋਲ ਪੈਸਾ ਹੈ ਉਹਨਾਂ ਨੂੰ ਇੱਕ ਵੱਖਰਾ ਕੀਤਾ ਜਾਏਗਾ, ਇੱਕ ਅਲੱਗ ਸ਼੍ਰੇਣੀ ਦੇ ਵਿੱਚ ਰੱਖਿਆ ਜਾਏਗਾ, ਇੱਕ ਅਲੱਗ ਵਰਗ ਦੇ ਵਿੱਚ ਰੱਖਿਆ ਜਾਏਗਾ, ਉਹਨਾਂ ਨੂੰ ਅਮੀਰ ਮੰਨਿਆ ਜਾਏਗਾ। ਉਸ ਤੋਂ ਬਿਲਕੁਲ ਵਿਪਰੀਤ ਜੇ ਕੁਝ ਵਿਅਕਤੀ ਜੋ ਭੀਖ ਮੰਗ ਰਿਹਾ ਹੈ ਵਿਅਕਤੀ ਜਾਂ ਕੋਈ ਬਹੁਤ ਨੀਵੇਂ ਦਰਜੇ ਦਾ ਕੰਮ ਕਰ ਰਿਹਾ ਹੈ, ਕੋਈ ਕੂੜਾ ਚੁੱਕ ਰਿਹਾ ਹੈ, ਕਿਸੇ ਦੇ ਕੋਲ ਦੋ ਵਕਤ ਦੀ ਰੋਟੀ ਵੀ ਨਹੀਂ ਹੈ ਖਾਣ ਵਾਸਤੇ, ਬਹੁਤ ਮੁਸ਼ਕਿਲ ਢੰਗ ਦੇ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਹੈ, ਜਾਂ ਫਿਰ ਉਸਦੇ ਕੋਲ ਜ਼ਿੰਦਗੀ ਵਧੀਆ ਜ਼ਿੰਦਗੀ ਜੀਣ ਵਾਸਤੇ ਜੋ ਸਥਿਤੀ ਚਿੰਨ੍ਹ ਹੈ ਉਹ ਨਹੀਂ ਹੋਣਗੇ ਜਾਂ ਉਹ ਅਨਪੜ੍ਹ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਇੱਕ ਵਿਅਕਤੀ ਦੀ ਸਥਿਤੀ ਪਤਾ ਲੱਗ ਜਾਏਗੀ ਕਿ ਹਾਂ ਉਹ ਵਿਅਕਤੀ ਇੱਕ ਨੀਵੇਂ ਦਰਜੇ ਤੇ ਨੀਵੀਂ ਸਥਿਤੀ ਦੇ ਵਿੱਚ ਕੀ ਹੈ ਉਹ ਸ਼ਾਮਿਲ ਹੈ। ਸੋ ਐਵੇਂ ਹੀ ਮੈਕਸ ਵੈਬਰ ਹੈ, ਮੈਕਸ ਵੈਬਰ ਨੇ ਕੀ ਕਿਹਾ ਕਿ ਵਰਗ ਉਹਨਾਂ ਵਿਅਕਤੀਆਂ ਦੇ ਸਮੂਹ ਹੁੰਦੇ ਹਨ। ਜੋ ਵਰਗ ਹੈ ਉਹ ਵਰਗ ਉਹਨਾਂ ਵਿਅਕਤੀਆਂ ਦਾ, ਉਹ ਲੋਕਾਂ ਦਾ ਇਕੱਠ ਹੈ, ਉਹ ਵਿਅਕਤੀਆਂ ਦਾ ਸਮੂਹ ਹੈ ਜਿਨ੍ਹਾਂ ਨੂੰ ਵਸਤਾਂ ਪ੍ਰਾਪਤ ਕਰਨ ਦੇ ਇੱਕੋ ਜਿਹੇ ਮੌਕੇ ਪ੍ਰਾਪਤ ਹੁੰਦੇ ਹਨ। ਕਿ ਜੋ ਵਸਤਾਂ ਹੈ, ਜੋ ਚੀਜ਼ਾਂ ਹੈ, ਜੋ ਫੈਸਿਲਿਟੀਜ਼ ਹੈ, ਜੋ ਪ੍ਰਾਪਤੀਆਂ ਹੈ, ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ, ਜੋ ਜ਼ਰੂਰਤਾਂ ਹੈ ਉਹਨਾਂ ਨੂੰ ਪੂਰਾ ਕਰਨ ਵਾਸਤੇ ਜਦ ਇੱਕੋ ਜਿਹੇ ਮੌਕੇ ਮਿਲਦੇ ਹੈ ਅਤੇ ਜੀਵਨ ਪੱਧਰ ਵੀ ਜਿਨ੍ਹਾਂ ਦਾ ਬਰਾਬਰ ਹੋਏਗਾ। ਹੁਣ ਜੀਵਨ ਪੱਧਰ ਬਰਾਬਰ ਹੋਣ ਦਾ ਇੱਥੇ ਅਰਥ ਇਹ ਹੈ ਕਿ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ, ਵੇ ਆਫ ਲਿਵਿੰਗ, ਲਾਈਫ ਸਟਾਈਲ, ਇਹ ਸਾਰੀਆਂ ਕੁਝ ਕੀ ਹੈ ਇੱਕ ਸਮਾਨ ਹੋਏਗਾ, ਇੱਕ ਦਰਜੇ ਤੇ ਹੋਏਗਾ। ਉਹ ਸਾਰੇ ਵਿਅਕਤੀ ਇੱਕ ਵਰਗ ਦੇ ਵਿੱਚ ਸ਼ਾਮਿਲ ਹੋ ਜਾਣਗੇ, ਭਾਵੇਂ ਉਹ ਉੱਚ ਵਰਗ ਹੈ, ਮੱਧ ਵਰਗ ਹੈ ਜਾਂ ਉਹ ਨੀਵਾਂ ਵਰਗ ਹੈ। ਜਿਵੇਂ ਇੱਕ ਐਲਸਨ ਇੱਕ ਸੋਸ਼ੀਓਲੋਜਿਸਟ ਹੈ, ਐਲਸਨ ਨੇ ਕੀ ਕਿਹਾ ਕਿ ਸਮਾਜਿਕ ਵਰਗ ਦਾ ਨਿਰਮਾਣ ਉਹਨਾਂ ਵਿਅਕਤੀਆਂ ਰਾਹੀਂ ਹੁੰਦਾ ਹੈ ਜਿਨ੍ਹਾਂ ਨੂੰ ਲਗਭਗ ਇੱਕੋ ਜਿਹੀਆਂ ਤਾਕਤਾਂ ਦਾ ਮਤਲਬ ਕਿ ਸ਼ਕਤੀਆਂ, ਪਾਵਰ, ਇੱਕੋ ਜਿਹੀਆਂ ਸਹੂਲਤਾਂ ਅਤੇ ਉਹਨਾਂ ਨੂੰ ਇੱਕੋ ਜਿਹੀ ਹੀ ਇੱਜ਼ਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਸਮਾਜ ਦੇ ਵਿੱਚ। ਹੁਣ ਜਿਵੇਂ ਉਦਾਹਰਨ ਵਜੋਂ ਜੇ ਕਹਾਂ ਕਿ ਜੇ ਕੋਈ ਵਿਅਕਤੀ ਕੋਈ ਹਾਇਰ ਪ੍ਰੋਫੈਸ਼ਨ ਕਰ ਰਹੇ ਹੈ ਜਾਂ ਕੋਈ ਲਾਇਰ ਹੈ, ਡਾਕਟਰ ਹੈ, ਕੋਈ ਐਡਵੋਕੇਟ ਹੈ, ਕੋਈ ਪ੍ਰੋਫੈਸਰ ਹੈ, ਸੋ ਜੇ ਵਿਅਕਤੀਆਂ ਨੂੰ ਉਹਨਾਂ ਨੂੰ ਸਹੂਲਤਾਂ ਪੂਰੀਆਂ ਮਿਲਣਗੀਆਂ, ਉਹਨਾਂ ਨੂੰ ਇੱਕੋ ਢੰਗ ਦੀ ਇੱਜ਼ਤ ਮਿਲੇਗੀ, ਉਹਨਾਂ ਦਾ ਸਮਾਜ ਦੇ ਵਿੱਚ ਚੰਗੀ ਪਹਿਚਾਣ ਹੋਏਗੀ, ਤਾਂ ਉਹਨਾਂ ਨੂੰ ਆਟੋਮੈਟਿਕਲੀ ਹੀ ਉੱਚੇ ਵਰਗ ਦੇ ਵਿੱਚ ਰੱਖਿਆ ਜਾਏਗਾ। ਤੇ ਇਸ ਚੀਜ਼ਾਂ ਦੇ ਨਾਲ ਤੁਲਨਾ ਕੀਤੀ ਜਾਏਗੀ ਦੂਸਰੇ ਵਿਅਕਤੀਆਂ ਦੀ ਜਿਨ੍ਹਾਂ ਦੇ ਕੋਲ ਸਹੂਲਤਾਂ ਨਹੀਂ ਹੈ, ਜਿਨ੍ਹਾਂ ਦੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਤਾਕਤ ਨਹੀਂ ਹੋਏਗੀ, ਕਿਸੇ ਵੀ ਤਰ੍ਹਾਂ ਦੀ ਸਮਾਜ ਜੇ ਉਹਨਾਂ ਨੂੰ ਇੱਜ਼ਤ ਨਹੀਂ ਦੇ ਰਿਹਾ ਜਾਂ ਘੱਟ ਇੱਜ਼ਤ ਦਿੱਤੀ ਜਾ ਰਹੀ ਹੈ, ਤਾਂ ਉਹ ਵਿਅਕਤੀ ਆਪੇ ਹੀ ਨੀਵੇਂ ਵਰਗ ਦਾ ਹਿੱਸਾ ਹੋ ਜਾਏਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਚੀਜ਼ਾਂ ਚੰਗੀ ਤਰ੍ਹਾਂ ਹੀ ਪਤਾ ਲੱਗਿਆ ਕਿ ਜੋ ਵਰਗ ਹੈ ਉਹ ਸਮਾਜਿਕ ਸਤਰੀਕਰਨ ਦਾ ਆਧਾਰ ਹੈ। ਸਮਾਜਿਕ ਸਤਰੀਕਰਨ ਜਾਂ ਸਮਾਜਿਕ ਪੱਧਰੀਕਰਨ ਦੇ ਉੱਤੇ ਉਸਨੂੰ ਰੱਖਿਆ ਗਿਆ ਹੈ ਕਿ ਸਮਾਜ ਨੂੰ ਜਿੱਥੇ ਵੱਖ-ਵੱਖ ਪੱਧਰਾਂ ਦੇ ਉੱਤੇ, ਵੱਖ-ਵੱਖ ਲੇਅਰਸ ਦੇ ਉੱਤੇ ਰੱਖਿਆ ਗਿਆ ਹੈ। ਸੋ ਉਹ ਲੇਅਰਸ ਦਾ ਮਤਲਬ, ਉਹ ਸਤਰਾਂ ਦਾ ਮਤਲਬ ਇਹ ਹੈ ਕਿ ਕੋਈ ਕਿਸੇ ਤੋਂ ਉੱਚੇ ਵਰਗ ਦੇ ਵਿੱਚ ਹੈ, ਕੋਈ ਮੱਧ ਵਰਗ ਵਿੱਚ ਜਾਂ ਕੋਈ ਨੀਵੇਂ ਵਰਗ ਦੇ ਵਿੱਚ ਹੈ। ਤੇ ਅਖੀਰ ਦੇ ਵਿੱਚ ਇੱਕ ਹੋਰ ਮੈਂ ਲਾਈਨ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਜੋ ਵਰਗ ਵਿਵਸਥਾ ਹੈ ਉਹ ਜਾਤੀ ਵਿਵਸਥਾ ਨਾਲੋਂ ਬਿਲਕੁਲ ਹੀ ਉਲਟ ਹੈ। ਇਸਨੂੰ ਐਗਜ਼ੋਗੈਮਸ ਗਰੁੱਪ ਵੀ ਕਿਹਾ ਗਿਆ ਹੈ।
ਮਤਲਬ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਆਪਣੇ ਹੀ ਵਰਗ ਦੇ ਵਿੱਚ ਰਹਿ ਕੇ ਉਸੇ ਨਾਲ ਵਿਆਹ ਕਰਵਾਵੇ, ਆਪਣੇ ਹੀ ਵਰਗ ਦਾ ਕੀਤਾ ਅਪਣਾਵੇ ਜਾਂ ਆਪਣੇ ਹੀ ਵਰਗ ਦੇ ਵਿਅਕਤੀਆਂ ਨਾਲ ਸੰਬੰਧ ਰੱਖੇ, ਬਲਕਿ ਉਹ ਕਿਸੇ ਵੀ ਵਰਗ ਦੇ ਵਿੱਚ ਰਹਿ ਸਕਦਾ ਹੈ ਆਪਣੀ ਕਾਬਲੀਅਤ, ਆਪਣੀ ਯੋਗਤਾ ਦੇ ਅਨੁਸਾਰ। ਤੇ ਇਹ ਇੱਕ ਖੁੱਲਾ ਸਿਸਟਮ ਹੈ, ਕਿਉਂਕਿ ਵਰਗ ਕੀ ਹੈ, ਇੱਕ ਬਾਹਰੀ ਸਮੂਹ ਹੈ ਜਿਸ ਦੇ ਵਿੱਚ ਅਸਮਾਨਤਾ ਜਨਮ ਦੇ ਉੱਤੇ ਆਧਾਰਿਤ ਨਹੀਂ ਹੁੰਦੀਆਂ, ਬਲਕਿ ਇੱਕ ਵਿਅਕਤੀ ਆਪਣੀ ਜ਼ਿੰਦਗੀ ਨੂੰ ਜਾਂ ਆਪਣੀਆਂ ਸਹੂਲਤਾਂ ਨੂੰ ਉਹ ਆਪ ਅਚੀਵ ਕਰਦਾ ਹੈ। ਸੋ ਇਹ ਵਿਸ਼ਾ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।